सरकारी प्रॉपर्टी या किसी भी प्रॉपर्टी ਨੂੰ ਕਿਰਪਾ ਕਰਕੇ ਅੱਗਾ ਨਾ ਲਾਓ ਤੇ ਰੋਸ ਪ੍ਰਦਰਸ਼ਨ ਕਰਨਾ ਲੋਕਤਾਂਤਰਿਕ ਦੇਸ਼ ਵਿੱਚ ਡੈਮੋਕ੍ਰੇਸੀ ਦੇ ਵਿੱਚ ਹੱਕ ਹੁੰਦਾ ਆ ਤੇ ਉਹ ਲੋਕ ਮਤਲਬ ਉਹ ਰੋਸ ਪ੍ਰਦਰਸ਼ਨ ਕਰਨਾ ਜਾਂ ਲੌਜੀਕਲ ਤਰੀਕੇ ਦੇ ਨਾਲ ਵਿਰੋਧ ਕਰਨਾ ਠੀਕ ਆ ਕਿਉਂਕਿ ਉਹ ਸਰਕਾਰੀ ਪ੍ਰਾਪਰਟੀਆਂ ਜਾਂ ਕੋਈ ਵੀ ਪ੍ਰਾਪਰਟੀਆਂ ਉਹ ਅੱਗਾ ਲਾਉਣ ਦੇ ਨਾਲ ਉਹ ਟੈਕਸਾਂ ਦੇ ਰੂਪ ਵਿੱਚ ਫਿਰ ਦੇਸ਼ ਦੀ ਜਨਤਾ ਤੋਂ ਵਸੂਲਿਆ ਜਾਂਦਾ ਤੇ ਇਹ ਬਹੁਤ ਮੰਦਭਾਗੀ ਘਟਨਾ ਹੈ। ਉਦੋਂ ਕਦੀ ਇਹ ਕਹਿੰਦੇ ਸੀਗੇ ਕਿ ਅਸੀਂ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ, ਕਦੀ ਕੁਛ ਕਹਿੰਦੇ ਸੀਗੇ ਤੇ ਹੁਣ ਇਹ डिफेंस मिनिस्टर ਜਿਹੜੇ ਮਿਸਟਰ ਰਾਜਨਾਥ ਸਿੰਘ ਆ ਪਹਿਲੇ ਦਿਨ ਉਹਨਾਂ ਨੇ ਐਲਾਨ ਕੀਤਾ ਕਿ 10 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ। ਜਦੋਂ ਪਹਿਲਾਂ ਖਬਰ ਆਈ ਤੇ ਹਰ ਕਿਸੇ ਨੂੰ ਸੁਭਾਵਿਕ ਆ ਕਿ ਵਧੀਆ ਲੱਗਦੀ ਆ, ਪਰ ਜਿਉਂ-ਜਿਉਂ ਫਿਰ ਉਹਦੀਆਂ ਪਰਤਾਂ ਖੁੱਲੀਆਂ ਗਈਆਂ ਕਹਿੰਦੇ ਕਿ 4 ਸਾਲ ਲਈ ਰੋਜ਼ਗਾਰ ਦੇਵਾਂਗੇ, ਪੈਨਸ਼ਨ ਕੋਈ ਨਹੀਂ ਮਿਲੂਗੀ, ਇੱਕ ਫਿਕਸ ਕੋਈ ਰਕਮ ਦੇ ਦੇਵਾਂਗੇ ਬਾਅਦ ਵਿੱਚ। ਪਰ ਇੰਡੀਆ ਦੇ ਵਿੱਚ ਜੋ ਕਾਨੂੰਨ ਹੈ ਸਰਕਾਰੀ ਨੌਕਰੀਆਂ ਦੇ ਉੱਥੇ 25 ਸਾਲ ਦੀ ਹੱਦ ਹੁੰਦੀ ਆ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਦੀ। ਉਹ ਇੱਥੇ 4 ਸਾਲ ਨੌਕਰੀ ਕਰਨ ਤੋਂ ਬਾਅਦ ਜਦੋਂ ਹੋਊਗਾ ਉਹਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੂ, ਪ੍ਰਾਈਵੇਟ ਸੈਕਟਰ ਵਿੱਚ 10-10 ਹਜ਼ਾਰ ਰੁਪਏ ਦੀਆਂ ਨੌਕਰੀਆਂ ਆ। ਇਹਨਾਂ ਨੂੰ ਪੁੱਛੇ ਕਿ ਜੇ ਤੁਸੀਂ ਸਕੀਮ ਵਾਪਸ ਨਹੀਂ ਕਰਨੀ, ਜਿਵੇਂ ਇੰਡੀਆ ਦੇ ਵਿੱਚ ਸਰਕਾਰੀ ਨੌਕਰੀਆਂ ਤੋਂ ਰਿਟਾਇਰਮੈਂਟ ਦੀ ਏਜ 58 ਸਾਲ ਆ, ਪਰ ਤੁਸੀਂ 45 ਸਾਲ ਤੋਂ ਸਾਰੇ ਜਿਹੜੇ ਨੌਕਰੀਆਂ ਕਰ ਰਹੇ ਉਹਨਾਂ ਨੂੰ ਰਿਟਾਇਰ ਕਰਕੇ ਵੇਖੋ, ਉਹਨਾਂ ਨੂੰ ਕਹਿ ਦਿਓ ਕਿ ਪੈਨਸ਼ਨ ਨਹੀਂ ਮਿਲੂਗੀ। ਜਿਹੜੇ ਲੀਡਰ ਕੋਈ 9 ਪੈਨਸ਼ਨਾਂ ਲੈ ਰਿਹਾ, ਕੋਈ 7 ਪੈਨਸ਼ਨਾਂ ਲੈ ਰਿਹਾ, ਜਾਂ 80 90 ਸਾਲ ਦੇ ਲੀਡਰ ਬੈਠੇ ਆ ਸੱਤਾਧਾਰੀ ਹੋ ਕੇ, ਉਹਨਾਂ ਨੂੰ ਕਹੋ ਨਾ ਕਿ ਇੱਕ ਟਰਮ ਹੀ 5 ਸਾਲ ਦੀ ਤੁਸੀਂ ਚੋਣਾਂ ਲੜ ਸਕਦੇ ਆ, ਉਸ ਤੋਂ ਬਾਅਦ ਤੁਹਾਨੂੰ ਪੈਨਸ਼ਨ ਵੀ ਕੋਈ ਨਹੀਂ ਮਿਲੂਗੀ ਤੇ ਤੁਸੀਂ ਚੋਣ ਵੀ ਕੋਈ ਨਹੀਂ ਲੜ ਸਕਦੇ। ਕਰੂਗਾ ਜਿਵੇਂ ਇਹਨਾਂ ਨੇ ਕਿਹਾ ਕਿ ਲਿਖ ਕੇ ਦੇਣਾ ਪਊਗਾ, ਕਿਸੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਿਆ। ਇਸ ਹਿਸਾਬ ਨਾਲ ਤਾਂ ਇਹ ਲੀਡਰਾਂ ਨੂੰ ਵੀ ਹੋਣਾ ਚਾਹੀਦਾ ਕਿ ਜਿਹੜੇ ਲੀਡਰ ਨੇ ਫਿਰ ਕਿਸੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ ਉਹ ਚੋਣ ਨਹੀਂ ਲੜ ਸਕਦਾ। ਤੇ ਦਾਸ ਮਹਿਸੂਸ ਕਰਦਾ ਕਿ ਜਿਹੜੀ ਉਸ ਜਵਾਨੀ ਨੂੰ ਤੁਸੀਂ 4 ਸਾਲ ਬਾਅਦ ਬੇਰੁਜ਼ਗਾਰ ਕਰ ਦੇਣਾ, ਪਹਿਲਾਂ ਉਹਨੂੰ ਮਿਲਟਰੀ ਦੀ ਟ੍ਰੇਨਿੰਗ ਦੇਣੀ ਆ ਤੇ ਜਦੋਂ ਮਿਲਟਰੀ ਦੀ ਟ੍ਰੇਨਿੰਗ ਦੇ ਕੇ ਫਿਰ ਉਹ ਨੌਜਵਾਨ ਨੂੰ ਕੋਈ ਨੌਕਰੀ ਨਹੀਂ ਮਿਲੂਗੀ, ਉਹਨੂੰ ਕੋਈ ਵੀ ਫਿਰ ਵਰਤ ਸਕਦਾ ਆਪਣੇ ਹਿੱਤਾਂ ਦੇ ਲਈ। ਤੇ ਜੇ ਉਹਦੇ ਕੋਲ ਮਿਲਟਰੀ ਦੀ ਟ੍ਰੇਨਿੰਗ ਹੈ ਤੇ ਸਰਕਾਰ ਲਈ ਉਹ ਕਿੰਨਾ ਕੁ ਚੈਲੰਜ ਬਣ ਸਕਦਾ ਆ, ਇਹ ਸਰਕਾਰ ਨੂੰ ਵੇਖਣਾ ਚਾਹੀਦਾ। ਤੇ ਹੁਣ ਜਦੋਂ ਕਿ ਲੋਕਾਂ ਦੇ ਘੱਟ ਗਿਣਤੀ ਕੌਮਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਘਰ ਢਾਏ ਜਾ ਰਹੇ ਆ ਤੇ ਉਹ ਜਿਹੜਾ ਗੋਦੀ ਮੀਡੀਆ ਬਿਲਕੁਲ ਖਾਮੋਸ਼ ਬੈਠਾ, ਜਿਵੇਂ ਹੋਈ ਕੁਛ ਨਹੀਂ ਰਿਹਾ ਹੁੰਦਾ। ਤੇ ਜਿਹੜਾ ਹੁਣ ਵੀ ਆ ਉਹ ਸਰਕਾਰੀ ਪੱਖ ਹੀ ਗੋਦੀ ਮੀਡੀਆ ਦੱਸ ਰਿਹਾ ਹੈ ਤੇ ਇਹ ਜਿਹੜਾ ਭਰਤੀ ਯੋਜਨਾ ਦੇ ਵਿੱਚ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਇਹਦੇ ਬਾਰੇ ਗੱਲ ਨਹੀਂ ਕਰਦੇ, ਜਦ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ। ਕੰਗਨਾ ਰਣੌਤ ਜਿਹੜੀ ਐਕਟਰੈਸ ਆ ਜਿਹਨੇ ਬੀਜੇਪੀ ਜੁਆਇਨ ਕੀਤੀ ਆ ਤੇ ਬੜੇ ਵਿਵਾਦਿਤ ਬਿਆਨ ਦਿੱਤੀ ਆ, ਉਹਦਾ ਗੈਰ ਕਾਨੂੰਨੀ ਛੱਜਾ ਸੀਗਾ, ਉੱਥੇ ਦੀ ਸ਼ਿਵ ਸੈਨਾ ਸਰਕਾਰ ਨੇ ਉਹ ਗੈਰ ਕਾਨੂੰਨੀ ਛੱਜਾ ਢਾਇਆ ਤੇ ਪੂਰਾ ਜਿਹੜਾ ਗੋਦੀ ਮੀਡੀਆ ਉਹਨੇ ਹੜਕੰਪ ਮਚਾਇਆ ਹੋਇਆ ਸੀਗਾ। ਜਿਵੇਂ ਇੱਕ ਪੇਸ਼ਾ ਕਰਨ ਵਾਲਿਆਂ ਵਾਂਗੂ ਦਾ ਇਹ ਪੇਸ਼ਾ ਕਰਨ ਤੇ ਆ ਗਏ। ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਵਰਡਿਕਟ ਵੀ ਦਿੱਤਾ ਸੀ ਨਾ ਕਿ ਜੇ ਕੋਈ ਆਪਣੀ ਮਰਜ਼ੀ ਨਾਲ ਬਾਲਗ ਪੇਸ਼ਾ ਕਰਨ ਦੇ ਧੰਦੇ ਵਿੱਚ ਸ਼ਾਮਲ ਆ ਤੇ ਉਹ ਕਾਨੂੰਨੀ ਜੁਰਮ ਨਹੀਂ ਗਿਣਿਆ ਜਾਵੇਗਾ। ਤੇ ਉਹ ਜਿੱਥੇ ਪੇਸ਼ਾ ਕਰਨਾ ਲਿਖਿਆ ਗਿਆ ਸੀ ਉੱਥੇ ਗੋਦੀ ਮੀਡੀਆ ਦੀ ਪੱਤਰਕਾਰੀ ਲਿਖਣਾ ਚਾਹੀਦਾ ਸੀਗਾ। 5 ਵਾਰੀ ਮੁੱਖ ਮੰਤਰੀ ਬਣੇ। ਜੇ ਇਹਨਾਂ ਦਾ ਪੂਰਾ ਟਰੈਕ ਰਿਕਾਰਡ ਦੇਖਿਆ ਜਾਵੇ, ਜਦੋਂ ਇਹ ਪਿੱਛੇ ਵੀ 10 ਸਾਲ ਪਾਵਰ ਵਿੱਚ ਰਹੇ ਆ ਤੇ ਇਹਨਾਂ ਨੂੰ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਦੀ ਮਾਤਾ ਜੀ ਤੇ ਹੋਰ ਅਨੇਕਾਂ ਜਿਹੜੇ ਸਿੰਘ ਆ, ਉਹਨਾਂ ਨੇ ਇੰਨੀਆਂ ਹੀ ਬੇਨਤੀਆਂ ਕੀਤੀਆਂ ਸੀ ਕਿ ਘੱਟੋ ਘੱਟ ਉਹਨਾਂ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਆਓ, ਸਾਨੂੰ ਦਿੱਲੀ ਜਾਣ ਲਈ ਬਹੁਤ ਮੁਸ਼ਕਲ ਆਉਂਦੀ ਹੈ। ਤੇ ਇਹੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਕਿਹਾ ਸੀਗਾ ਕਿ ਪੰਜਾਬ ਦੇ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋ ਜਾਊਗਾ ਜੇ ਉਹਨਾਂ ਨੂੰ ਮੈਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਆਇਆ। ਗੱਲ ਇਹ ਆ ਕਿ ਜੇ ਇੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤ ਜਾਂਦੇ ਆ ਤੇ ਉਹ ਇੱਕ ਤਰ੍ਹਾਂ ਨਾਲ ਇਹ ਬਣ ਜਾਣਾ ਕਿ ਹੁਣ ਉਹ ਕਿਉਂਕਿ ਪੰਜਾਬ ਪਾਰਟੀ ਕਹਿ ਚੁੱਕੇ ਆ ਤੇ ਬਹੁਤ ਨਮੋਸ਼ੀ ਪੂਰਵਕ ਹਾਰ ਹੋ ਚੁੱਕੀ ਆ, ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਸੁਖਬੀਰ ਬਾਦਲ ਜਾਂ ਦੂਜਿਆਂ ਦਾ ਜਿਹੜਾ ਸਿਆਸੀ ਕੈਰੀਅਰ ਦਾ ਤੇ ਲੱਗਦਾ ਆ। ਉਸ ਨਮੋਸ਼ੀ ਨੂੰ ਛੁਪਾਉਣ ਲਈ ਇਹ ਬੰਦੀ ਸਿੰਘਾਂ ਦਾ ਜਿਵੇਂ ਢਾਲ ਵਜੋਂ ਵਰਤ ਰਹੇ ਆ, ਹਥਿਆਰ ਵਜੋਂ ਵਰਤ ਰਹੇ ਆ।
ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਇੱਕ ਵਾਰ ਫਿਰ ਜੁੜ ਚੁੱਕੇ ਹਾਂ ਪ੍ਰੋਗਰਾਮ ਹਫ਼ਤਾਵਾਰੀ ਸਰਗਰਮੀਆਂ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਨਿਭਾਉਂਦੇ ਹੁੰਦੇ ਨੇ ਸਾਡੇ ਬਹੁਤ ਹੀ ਖਾਸ ਸਰਦਾਰ ਸਰਬਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਹਰ ਇੱਕ ਮਸਲੇ ਦੀ ਜੋ ਪੰਜਾਬ, ਭਾਰਤ ਜਾਂ ਫਿਰ ਅੰਤਰਰਾਜੀ ਕੌਮਾਂਤਰੀ ਪੱਧਰ ਦੇ ਉੱਤੇ ਇਸ ਵੇਲੇ ਚਰਚਾ ਦਾ ਵਿਸ਼ਾ ਹੋਵੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਇੱਕ ਸਕੀਮ ਜੋ ਮੌਜੂਦਾ ਰਾਜ ਕਰ ਰਹੀ ਪਾਰਟੀ ਬੀਜੇਪੀ ਵੱਲੋਂ ਲਿਆਂਦੀ ਗਈ ਹੈ, ਅਗਨੀਵੀਰ, ਕੁਝ ਮਿਲਟਰੀ ਦੇ ਨਾਲ ਸੰਬੰਧਿਤ ਹੈ, ਭਾਰਤੀ ਫੌਜ ਦੇ ਨਾਲ ਸੰਬੰਧਿਤ ਹੈ, ਜਿਸ ਦੇ ਆਉਣ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਦੰਗੇ ਹੋ ਰਹੇ ਨੇ, ਸਰਕਾਰੀ ਪ੍ਰਾਪਰਟੀ ਨੂੰ ਅੱਗਾਂ ਲਾਈਆਂ ਜਾ ਰਹੀਆਂ। ਆਖਰ ਇਹ ਸਕੀਮ ਹੈ ਕੀ ਹੈ ਤੇ ਇਹ ਜਿਹੜੇ ਦੰਗੇ ਹੋ ਰਹੇ ਨੇ ਜਾਂ ਫਿਰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਇਸ ਦਾ ਕਾਰਨ ਕੀ ਹੈ? ਸੋ ਇਹ ਘਟਨਾ ਤੋਂ ਬਾਅਦ ਅਸੀਂ ਸੰਗਰੂਰ ਜਿਮਣੀ ਚੋਣਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦੇ ਆ ਸਰਦਾਰ ਸਰਬਜੀਤ ਸਿੰਘ ਹੋਰਾਂ ਨੂੰ। ਭਾਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲਜੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਸਮਾਂ ਦੇਣ ਦੇ ਲਈ। ਸੋ ਆਪਾਂ ਸ਼ੁਰੂਆਤ ਕਰਦੇ ਹਾਂ। ਅਗਨੀਵੀਰ, ਆਖਰ ਇਹ ਸਕੀਮ ਹੈ ਕੀ ਹੈ ਤੇ ਸਰਕਾਰੀ ਪ੍ਰਾਪਰਟੀ ਸਾੜੀ ਜਾ ਰਹੀ ਹੈ, ਕੁਝ ਮੌਤਾਂ ਵੀ ਜਿਹੜੀਆਂ ਨੇ ਉਹ ਹੋ ਰਹੀਆਂ ਭਾਰਤ ਦੇ ਵਿੱਚ। ਆਖਰ ਇਹ ਸਕੀਮ ਹੈ ਕੀ ਹੈ ਜੀ? ਸਰਦਾਰ ਦਲਜੀਤ ਸਿੰਘ ਜੀ, ਬਦਕਿਸਮਤੀ ਨਾਲ ਜਿਵੇਂ ਇਹਦਾ ਨਾਂ ਹੀ ਅਗਨੀਪਥ ਤੇ ਅਗਨੀਵੀਰ ਰੱਖਤਾ ਹੈ ਤੇ ਸਕੀਮ ਲਾਗੂ ਹੁੰਦੇ ਸਾਰ ਸਮੁੱਚੇ ਦੇਸ਼ ਦੇ ਵਿੱਚ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਦਾਸ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰੀ ਪ੍ਰਾਪਰਟੀ ਜਾਂ ਕਿਸੇ ਵੀ ਪ੍ਰਾਪਰਟੀ ਨੂੰ ਕਿਰਪਾ ਕਰਕੇ ਅੱਗਾ ਨਾ ਲਾਓ ਤੇ ਰੋਸ ਪ੍ਰਦਰਸ਼ਨ ਕਰਨਾ ਲੋਕਤਾਂਤਰਿਕ ਦੇਸ਼ ਵਿੱਚ, ਡੈਮੋਕ੍ਰੇਸੀ ਦੇ ਵਿੱਚ ਹੱਕ ਹੁੰਦਾ ਆ। ਤੇ ਉਹ ਲੋਕ ਮਤਲਬ ਉਹ ਰੋਸ ਪ੍ਰਦਰਸ਼ਨ ਕਰਨਾ ਜਾਂ ਲੌਜੀਕਲ ਤਰੀਕੇ ਦੇ ਨਾਲ ਵਿਰੋਧ ਕਰਨਾ ਠੀਕ ਹੈ, ਕਿਉਂਕਿ ਉਹ ਸਰਕਾਰੀ ਪ੍ਰਾਪਰਟੀਆਂ ਜਾਂ ਕੋਈ ਵੀ ਪ੍ਰਾਪਰਟੀਆਂ ਉਹ ਅੱਗਾ ਲਾਉਣ ਦੇ ਨਾਲ ਉਹ ਟੈਕਸਾਂ ਦੇ ਰੂਪ ਵਿੱਚ ਫਿਰ ਦੇਸ਼ ਦੀ ਜਨਤਾ ਤੋਂ ਵਸੂਲਿਆ ਜਾਂਦਾ ਤੇ ਇਹ ਬਹੁਤ ਮੰਦਭਾਗੀ ਘਟਨਾ ਹੈ। ਜੋ ਵੀ ਇਹ ਕਰ ਰਹੇ, ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹਾ ਨਹੀਂ ਕੋਈ ਹੋਣਾ ਚਾਹੀਦਾ। ਤੇ 8 ਸਾਲ ਪਹਿਲਾਂ ਜਦੋਂ ਬੀਜੇਪੀ ਪੂਰਨ ਬਹੁਮਤ ਦੇ ਨਾਲ ਸੱਤਾ ਵਿੱਚ ਆਈ ਆ ਤੇ ਇਹਨਾਂ ਦੇ ਅਸਲ ਵਿੱਚ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ, ਇਹਨਾਂ ਦੇ ਕਈ ਵਾਰੀ ਅੰਕੜੇ ਹੀ ਨਾ ਉਹ ਬਾਅਦ ਵਿੱਚ ਟਰੋਲ ਹੁੰਦੇ ਆ ਜਦੋਂ ਫਿਗਰਾਂ ਦੱਸਦੇ ਆ। ਉਦੋਂ ਕਦੀ ਇਹ ਕਹਿੰਦੇ ਸੀਗੇ ਕਿ ਅਸੀਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਕਦੀ ਕੁਛ ਕਹਿੰਦੇ ਸੀਗੇ। ਤੇ ਹੁਣ ਇਹ ਡਿਫੈਂਸ ਮਿਨਿਸਟਰ ਜਿਹੜੇ ਮਿਸਟਰ ਰਾਜਨਾਥ ਸਿੰਘ ਆ, ਪਹਿਲੇ ਦਿਨ ਉਹਨਾਂ ਨੇ ਐਲਾਨ ਕੀਤਾ ਕਿ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਜਦੋਂ ਪਹਿਲਾਂ ਖਬਰ ਆਈ ਤੇ ਹਰ ਕਿਸੇ ਨੂੰ ਸੁਭਾਵਿਕ ਆ ਕਿ ਵਧੀਆ ਲੱਗਦੀ ਆ, ਪਰ ਜਿਉਂ-ਜਿਉਂ ਫਿਰ ਉਹਦੀਆਂ ਪਰਤਾਂ ਖੁੱਲੀਆਂ ਗਈਆਂ, ਕਹਿੰਦੇ ਕਿ 4 ਸਾਲ ਲਈ ਰੁਜ਼ਗਾਰ ਦੇਵਾਂਗੇ, ਪੈਨਸ਼ਨ ਕੋਈ ਨਹੀਂ ਮਿਲੂਗੀ, ਇੱਕ ਫਿਕਸ ਕੋਈ ਰਕਮ ਦੇ ਦੇਵਾਂਗੇ ਬਾਅਦ ਵਿੱਚ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਆ। ਕਿਉਂਕਿ ਜੇ 21 ਸਾਲ ਦਾ ਕੋਈ ਨੌਜਵਾਨ 4 ਸਾਲ ਲਈ ਨੌਕਰੀ ਕਰੂਗਾ, ਉਹ 25 ਸਾਲ ਤੇ ਇਹ ਤਾਂ ਰਿਟਾਇਰ ਕਰ ਦਊਗੇ। ਪਰ ਇੰਡੀਆ ਦੇ ਵਿੱਚ ਜੋ ਕਾਨੂੰਨ ਆ ਸਰਕਾਰੀ ਨੌਕਰੀਆਂ ਦੇ, ਉੱਥੇ 25 ਸਾਲ ਦੀ ਹੱਦ ਹੁੰਦੀ ਆ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਦੀ। ਉਹ ਇੱਥੇ 4 ਸਾਲ ਨੌਕਰੀ ਕਰਨ ਤੋਂ ਬਾਅਦ ਜਦੋਂ ਹੋਊਗਾ ਉਹਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੂ। ਪ੍ਰਾਈਵੇਟ ਸੈਕਟਰ ਵਿੱਚ 10-10 ਹਜ਼ਾਰ ਰੁਪਏ ਦੀਆਂ ਨੌਕਰੀਆਂ ਜੋ ਮਹੀਨੇ ਦੀਆਂ। ਜੇ ਸਰਕਾਰ ਇਹਦੇ ਬਾਰੇ ਏਦਾਂ ਕਰਕੇ ਦੇਖੇ ਤਾਂ ਇਹ ਜਿਹੜੇ ਹੁਣ ਜਿਵੇਂ ਲੈਫਟੀਨੈਂਟ ਜਨਰਲ ਮਿਸਟਰ ਅਨਿਲ ਪੁਰੀ ਆ, ਤੇ ਉਹਨਾਂ ਨੇ ਕਿਹਾ ਕਿ ਇਹ ਸਕੀਮ ਵਾਪਸ ਨਹੀਂ ਹੋਊਗੀ, ਹਰ ਹਾਲਤ ਵਿੱਚ ਜਾਰੀ ਰਹੂਗੀ। ਤੇ ਜਿਹੜੇ ਨੌਜਵਾਨ ਭਰਤੀ ਹੋਣਗੇ ਉਹਨਾਂ ਨੂੰ ਲਿਖ ਕੇ ਦੇਣਾ ਪਊਗਾ ਕਿ ਉਹਨਾਂ ਨੇ ਕਿਸੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਿਆ ਜਾਂ ਕਿਸੇ ਵਿਰੋਧ ਅੱਗਜਨੀ ਜਾਂ ਕਿਸੇ ਘਟਨਾ ਵਿੱਚ ਹਿੱਸਾ ਨਹੀਂ ਲਿਆ। ਤੇ ਉਹ ਜਿਵੇਂ ਪਿੱਛੇ ਜੇ ਉਹ ਚੀਫ ਜਸਟਿਸ ਰੰਜਨ ਗੋਗੋਈ ਸੀਗੇ, ਉਹਨਾਂ ਨੇ 2-3 ਫੈਸਲੇ ਧੜਾ ਧੜ ਰਿਟਾਇਰ ਹੋਣ ਤੋਂ ਪਹਿਲਾਂ ਸਰਕਾਰ ਦੇ ਹੱਕ ਚ ਦੇ ਦਿੱਤੇ, ਜਿਵੇਂ ਬਾਬਰੀ ਮਸਜਿਦ ਵਗੈਰਾ ਦੇ, ਤੇ ਕੁਝ ਦਿਨਾਂ ਬਾਅਦ ਹੀ ਰਾਜ ਸਭਾ ਮੈਂਬਰ ਬਣ ਗਏ। ਇਹ ਮਿਸਟਰ ਅਨਿਲ ਪੁਰੀ ਵੀ ਸੁਭਾਵਿਕ ਆ ਕਿ ਕਿਸੇ ਸਟੇਟ ਦੇ ਰਾਜਪਾਲ ਜਾਂ ਉਪ ਰਾਜਪਾਲ ਲੱਗ ਜਾਣਗੇ। ਇਹਨਾਂ ਨੂੰ ਪੁੱਛੇ ਕਿ ਜੇ ਤੁਸੀਂ ਸਕੀਮ ਵਾਪਸ ਨਹੀਂ ਕਰਨੀ, ਜਿਵੇਂ ਇੰਡੀਆ ਦੇ ਵਿੱਚ ਸਰਕਾਰੀ ਨੌਕਰੀਆਂ ਤੋਂ ਰਿਟਾਇਰਮੈਂਟ ਦੀ ਏਜ 58 ਸਾਲ ਆ, ਪਰ ਤੁਸੀਂ 45 ਸਾਲ ਤੋਂ ਸਾਰੇ ਜਿਹੜੇ ਨੌਕਰੀਆਂ ਕਰ ਰਹੇ ਉਹਨਾਂ ਨੂੰ ਰਿਟਾਇਰ ਕਰਕੇ ਵੇਖੋ, ਉਹਨਾਂ ਨੂੰ ਕਹਿ ਦਿਓ ਕਿ ਪੈਨਸ਼ਨ ਨਹੀਂ ਮਿਲੂਗੀ। ਜਾਂ ਜਿਹੜੇ ਲੀਡਰ ਕੋਈ 9 ਪੈਨਸ਼ਨਾਂ ਲੈ ਰਿਹਾ, ਕੋਈ 7 ਪੈਨਸ਼ਨਾਂ ਲੈ ਰਿਹਾ, ਜਾਂ 80 90 ਸਾਲ ਦੇ ਲੀਡਰ ਬੈਠੇ ਆ ਸੱਤਾਧਾਰੀ ਹੋ ਕੇ, ਉਹਨਾਂ ਨੂੰ ਕਹੋ ਨਾ ਕਿ ਇੱਕ ਟਰਮ ਹੀ 5 ਸਾਲ ਦੀ ਤੁਸੀਂ ਚੋਣਾਂ ਲੜ ਸਕਦੇ ਆ, ਉਸ ਤੋਂ ਬਾਅਦ ਤੁਹਾਨੂੰ ਪੈਨਸ਼ਨ ਵੀ ਕੋਈ ਨਹੀਂ ਮਿਲੂਗੀ ਤੇ ਤੁਸੀਂ ਚੋਣ ਵੀ ਕੋਈ ਨਹੀਂ ਲੜ ਸਕਦੇ। ਬਿਲਕੁਲ। ਜਿਹੜਾ ਚਲੋ ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਹਿੰਸਾ ਜਾਂ ਅਗਜਨੀ ਨੂੰ ਤਾਂ ਕੋਈ ਵੀ ਸਭਿਅਕ ਇਨਸਾਨ ਨਹੀਂ ਪ੍ਰਵਾਨ ਕਰੂਗਾ, ਜਿਵੇਂ ਇਹਨਾਂ ਨੇ ਕਿਹਾ ਕਿ ਲਿਖ ਕੇ ਦੇਣਾ ਪਊਗਾ ਕਿਸੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਿਆ।
ਇਸ ਹਿਸਾਬ ਨਾਲ ਤਾਂ ਇਹ ਲੀਡਰਾਂ ਨੂੰ ਵੀ ਹੋਣਾ ਚਾਹੀਦਾ ਕਿ ਜਿਹੜੇ ਲੀਡਰ ਨੇ ਫਿਰ ਕਿਸੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ ਉਹ ਚੋਣ ਨਹੀਂ ਲੜ ਸਕਦਾ। ਜੀ ਬਿਲਕੁਲ। ਮਤਲਬ ਡੈਮੋਕ੍ਰੇਸੀ ਦੇ ਵਿੱਚ ਇਹ ਹੈ ਨਾ ਕਿ ਤੁਸੀਂ ਆਵਾਜ਼ ਉਠਾ ਸਕਦੇ ਆ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਜਿਹੜਾ ਐਮਰਜੈਂਸੀ ਮੈਡਮ ਗਾਂਧੀ ਨੇ ਲਾਈ ਸੀ, ਉਸ ਤੋਂ ਬਾਅਦ ਜਿੰਨੇ ਵੀ ਹੁਕਮਰਾਨ ਆਏ ਉਹਨਾਂ ਨੇ ਐਲਾਨੀਆਂ ਤੌਰ ਤੇ ਐਮਰਜੈਂਸੀ ਨਹੀਂ ਲਾਈ, ਪਰ ਅਣਐਲਾਨੀਆਂ ਤੌਰ ਤੇ ਐਮਰਜੈਂਸੀ ਹੀ ਰਹਿੰਦੀ ਆ ਜੀ। ਹੁਣ ਸਰਦਾਰ ਦਲਜੀਤ ਸਿੰਘ ਜੀ, ਆਪਾਂ ਜਦੋਂ ਵਿਦਿਆਰਥੀ ਜੀਵਨ ਵਿੱਚ ਸੀਗੇ ਪੰਜਾਬ 'ਚ, ਤੇ ਉੱਥੇ ਕਈ ਵਾਰੀ ਕੰਧਾਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਸਲੋਗਨ ਲਿਖ ਕੇ ਲਾਇਆ ਹੁੰਦਾ ਸੀਗਾ, ਰੱਖ ਜਵਾਨੀ ਬੇਰੁਜ਼ਗਾਰ, ਆਪਣੀ ਕਬਰ ਪੁੱਟੇ ਸਰਕਾਰ। ਤੇ ਦਾਸ ਮਹਿਸੂਸ ਕਰਦਾ ਕਿ ਜਿਹੜੀ ਉਸ ਜਵਾਨੀ ਨੂੰ ਤੁਸੀਂ 4 ਸਾਲ ਬਾਅਦ ਬੇਰੁਜ਼ਗਾਰ ਕਰ ਦੇਣਾ, ਪਹਿਲਾਂ ਉਹਨੂੰ ਮਿਲਟਰੀ ਦੀ ਟ੍ਰੇਨਿੰਗ ਦੇਣੀ ਆ, ਤੇ ਜਦੋਂ ਮਿਲਟਰੀ ਦੀ ਟ੍ਰੇਨਿੰਗ ਦੇ ਕੇ ਫਿਰ ਉਹ ਨੌਜਵਾਨ ਨੂੰ ਕੋਈ ਨੌਕਰੀ ਨਹੀਂ ਮਿਲੂਗੀ, ਉਹਨੂੰ ਕੋਈ ਵੀ ਫਿਰ ਵਰਤ ਸਕਦਾ ਆਪਣੇ ਹਿੱਤਾਂ ਦੇ ਲਈ। ਤੇ ਜੇ ਉਹਦੇ ਕੋਲ ਮਿਲਟਰੀ ਦੀ ਟ੍ਰੇਨਿੰਗ ਹੈ ਤੇ ਸਰਕਾਰ ਲਈ ਉਹ ਕਿੰਨਾ ਕੁ ਚੈਲੰਜ ਬਣ ਸਕਦਾ ਆ, ਇਹ ਸਰਕਾਰ ਨੂੰ ਵੇਖਣਾ ਚਾਹੀਦਾ। ਹੁਣ ਬਹੁਤ ਸਾਰੇ ਪ੍ਰੋਗਰਾਮ ਵੇਖੇ ਗਏ ਆ, 3-3 ਸਾਲ 4-4 ਸਾਲ ਜਿਹੜੇ ਰੇਲਵੇ ਦੇ ਵਿੱਚ ਉਹ ਐਗਜ਼ਾਮ ਦੇ ਚੁੱਕੇ ਆ, ਉਹਨਾਂ ਦੀ ਮਤਲਬ ਐਗਜ਼ਾਮ ਪਾਸ ਕਰ ਜਾਂਦੇ ਪਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਨਹੀਂ ਮਿਲਦਾ। ਇਹੋ ਤਰ੍ਹਾਂ ਹੀ ਬਹੁਤ ਸਾਰੇ ਸੈਕਟਰਸ ਆ ਜਿੱਥੇ ਉਹ ਐਗਜ਼ਾਮ ਪਾਸ ਕਰ ਚੁੱਕੇ ਪਰ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਦੇ ਜੀ। ਤੇ ਇਹ ਸਾਰੀ ਜਿਹੜੀ ਸਰਕਾਰ ਦੀਆਂ ਸਕੀਮਾਂ ਆ, ਇਹ ਸਕੀਮਾਂ ਕਿਤੇ ਵੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਸਟੀਫਾਈ ਨਹੀਂ ਕਰਦੀਆਂ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਤੇ BA ਪਾਸ MA ਪਾਸ ਨੌਜਵਾਨਾਂ ਨੂੰ ਕਹਿੰਦਾ ਵੀ ਪਕੌੜੇ ਵੇਚਣੇ ਵੀ ਮਤਲਬ ਰੁਜ਼ਗਾਰ ਆ। ਜਿਵੇਂ ਅੱਛਾ ਭਾਜੀ, ਚਲੋ ਜਿਵੇਂ ਦਾਅਵਾ ਕਰਦੇ ਕਿ ਮੈਂ ਚਾਹ ਵੇਚਦਾ ਸੀ, ਉਹ ਖੁਸ਼ਕਿਸਮਤ ਆ ਕਿ ਚਾਹ ਵੇਚਦੇ ਪ੍ਰਧਾਨ ਮੰਤਰੀ ਬਣ ਗਏ। ਹੁਣ MA ਕਰਕੇ ਪਕੌੜੇ ਵੇਚੂਗਾ ਜਿਹੜਾ ਨੌਜਵਾਨ, ਉਹ ਤਾਂ ਫਿਰ ਇੰਨੇ ਪੈਸੇ ਲਾਉਣ ਦੀ ਜ਼ਰੂਰਤ ਕੀ ਆ? ਉਹ ਤਾਂ 7-8 ਜਮਾਤਾਂ ਪਾਸ ਕਰਕੇ ਵੀ ਉਹ ਪਕੌੜੇ ਵੇਚ ਸਕਦਾ ਨਾ। ਇੱਥੇ ਮੈਂ ਤੁਹਾਡੀ ਗੱਲ ਦੇ ਵਿੱਚੋਂ ਜਿਹੜੀ ਗੱਲ ਫੜੀ ਹੈ ਕਿ ਲਿਖ ਕੇ ਦੇਣਾ ਪਊਗਾ ਕਿ ਕਿਸੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਨਹੀਂ ਰਹੀ ਪਾਸ ਦੇ ਵਿੱਚ। ਸੋ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਹੋਰ ਕਾਨੂੰਨ ਪਾਸ ਹੋਣਗੇ, ਜਿਵੇਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰ ਲੈਂਦੇ ਹਾਂ, ਉਹਦੇ ਵਿੱਚ ਵੀ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ। ਸੋ ਇਹ ਚਾਹੁੰਦੀ ਹੈ ਸਰਕਾਰ ਕਿਤੇ ਨਾ ਕਿਤੇ ਵੀ ਨੌਜਵਾਨ ਜਿਹੜੇ ਨੇ ਉਹ ਇਹਨਾਂ ਪ੍ਰੋਟੈਸਟ ਦੇ ਵਿੱਚ ਸ਼ਾਮਲ ਨਾ ਹੋਣ ਤੇ ਅਸੀਂ ਆਪਣੇ ਕਾਨੂੰਨ ਜਿਹੜੇ ਆ ਉਹ ਆਸਾਨੀ ਦੇ ਨਾਲ ਪਾਸ ਕਰਦੇ ਹੋਏ ਅੱਗੇ ਵਧਦੇ ਜਾਈਏ। ਸੋ ਇੱਕ ਲਾਲਚ ਦਿੱਤਾ ਜਾ ਰਿਹਾ ਵੀ ਕਿਸੇ ਜਿਹੜਾ ਪ੍ਰੋਟੈਸਟ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋਣਾ, ਜੇ ਸ਼ਾਮਲ ਹੋਵੋਗੇ ਤਾਂ ਤੁਹਾਨੂੰ ਸਰਕਾਰੀ ਨੌਕਰੀ ਜਿਹੜੀ ਹੈ ਉਹ ਨਹੀਂ ਮਿਲੇਗੀ। ਇਹਦਾ ਮਤਲਬ ਇਹ ਹੈ ਵੀ ਜਿਹੜੇ ਨੌਜਵਾਨ ਨੇ ਉਹ ਨਹੀਂ ਜਾਣਗੇ ਪ੍ਰੋਟੈਸਟ 'ਚ, ਚਾਹੇ ਉਹ NRC ਹੋਵੇ, ਚਾਹੇ ਅੱਜ ਕਿਸਾਨੀ ਬਿੱਲਾਂ ਦੀ ਗੱਲ ਹੋਵੇ, ਜਾਂ ਫਿਰ ਜਿਹੜੇ ਅਗਨੀਵੀਰ ਦੇ ਵਿਰੁੱਧ ਦੇ ਵਿੱਚ ਵੀ ਜਿਹੜੇ ਨੌਜਵਾਨ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਆ, ਬਹੁਤ ਸਾਰਿਆਂ ਦੇ ਉੱਤੇ ਕੇਸ ਵੀ ਇਸ ਵੇਲੇ FIR ਹੋ ਗਈਆਂ। ਸੋ ਇਹਨਾਂ ਦਾ ਮਤਲਬ ਹੈ ਕਿਤੇ ਨਾ ਕਿਤੇ ਇਹ ਵੀ ਲੋਕ ਜਿਹੜੇ ਨੇ ਅੱਗੋਂ ਸਰਕਾਰੀ ਨੌਕਰੀਆਂ ਨਹੀਂ ਲੈ ਸਕਣਗੇ। ਸੋ ਨੌਜਵਾਨਾਂ ਨੂੰ ਜਿਹੜਾ ਹੈ ਡਰਾਉਣ ਦੀ ਕੋਸ਼ਿਸ਼ ਵੀ ਹੈਗੀ ਹੈ ਇੱਕ ਇਸ ਟਰਮ ਦੇ ਨਾਲ। ਸਰਦਾਰ ਦਲਜੀਤ ਸਿੰਘ ਜੀ, ਜਿਵੇਂ ਦਾਸ ਨੇ ਕਿਹਾ ਕਿ ਐਮਰਜੈਂਸੀ ਐਲਾਨੀਆਂ ਨਹੀਂ ਲਾਉਂਦੇ, ਅਣਐਲਾਨੀ ਐਮਰਜੈਂਸੀ ਲਗਾਤਾਰ ਚੱਲਦੀ ਹੈ। ਇੱਕ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਗਿਆ। ਡੈਮੋਕ੍ਰੇਸੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੁਰੇ ਨੂੰ ਖਤਮ ਨਹੀਂ ਕਰਨਾ, ਬੁਰਾਈ ਨੂੰ ਖਤਮ ਕਰਨਾ ਹੈ। ਪਰ ਦੇਸ਼ ਦੇ ਵਿੱਚ ਹਾਲਾਤ ਇਹ ਬਣ ਚੁੱਕੇ ਆ ਕਿ ਜੇ ਕਿਸੇ ਦੇ ਖਿਲਾਫ ਕੋਈ ਮਾੜੇ ਮੋਟੇ ਦੋਸ਼ ਲੱਗਦੇ ਜਾਂ ਅਜੇ ਸਾਬਤ ਵੀ ਨਹੀਂ ਹੁੰਦੇ ਤੇ ਉਹ JCB ਲਿਆ ਕੇ ਉਹਨਾਂ ਦੇ ਘਰ ਢਾ ਦਿੱਤੇ ਜਾਂਦੇ ਆ। ਬਿਲਕੁਲ। ਹੁਣ ਤੁਸੀਂ ਇਮੇਜਿਨ ਕਰੋ, ਜੇ ਦਾਸ ਨੇ ਕੋਈ ਜੁਰਮ ਕੀਤਾ ਆ ਤੇ ਮੇਰਾ ਘਰ ਢਾ ਦਿੱਤਾ ਜਾਂਦਾ, ਤੇ ਇਸ ਘਰ ਦੇ ਵਿੱਚ ਜਿਹੜਾ ਮੇਰੀ ਵਾਈਫ ਤੇ ਬੱਚਾ ਰਹਿੰਦਾ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ, ਉਹਨਾਂ ਦਾ ਇਹ ਹੱਕ ਕਿਉਂ ਖੋਇਆ ਜਾ ਰਿਹਾ? ਇੰਗਲੈਂਡ ਵਿੱਚ ਆਪਾਂ ਵੇਖਦੇ ਹਾਂ ਕਿ ਆਪਾਂ ਘਰ ਵਿੱਚ ਰਹਿੰਦੇ ਹਾਂ, ਜੇ ਪਰਿਵਾਰ ਦੇ ਕਿਸੇ ਜੀਅ ਦੇ ਨਾਲ ਕੋਈ ਗੱਲਬਾਤ ਆ, ਪੁਲਿਸ ਦਰਵਾਜ਼ੇ ਤੇ ਆ ਕੇ ਡੋਰ ਕਰਦੀ ਆ। ਜੇ ਸਰਚ ਵਾਰੰਟ ਆ ਉਹ ਜੁਦੀ ਗੱਲ ਆ, ਪਰ ਜੇ ਨਾਰਮਲ ਚ ਉਹ ਆ ਕੇ ਪੁੱਛਦੇ। ਪਰ ਪਰਿਵਾਰ ਦੇ ਜੀਆਂ ਨੂੰ ਇਹ ਥੋੜਾ ਕਿ ਉਹ JCB ਮਸ਼ੀਨ ਲੈ ਕੇ ਆ ਕੇ ਘਰ ਢਾਹ ਢੇਰੀ ਕਰ ਦੋਗੇ। ਨਹੀਂ, ਇੱਥੇ ਇਹ ਵੀ ਗੱਲ ਹੈਗੀ ਹੈ ਨਾ, ਇੱਥੇ ਇਹ ਵੀ ਗੱਲ ਹੈ ਕਿ ਇਹ ਜਿਹੜਾ ਕਾਨੂੰਨ ਹੈਗਾ JCB ਦੇ ਨਾਲ ਘਰ ਢਾਉਣ ਵਾਲਾ, ਇਹ ਜੇ ਡੈਮੋਕ੍ਰੇਸੀ ਦੇ ਵਿੱਚ ਵੀ ਮੰਨ ਵੀ ਲਿਆ ਜਾਵੇ ਵੀ ਇਹ ਕਾਨੂੰਨ ਹੈਗਾ ਦੇਸ਼ ਦਾ, ਮੰਨ ਵੀ ਲਿਆ ਜਾਵੇ ਵੀ ਇਹ ਕਾਨੂੰਨ ਹੈਗਾ, ਕੀ ਇਹ ਕਾਨੂੰਨ ਸਾਰਿਆਂ ਵਾਸਤੇ ਹੈ ਜਾਂ ਫਿਰ ਮਿਨੋਰਿਟੀਜ਼ ਵਾਸਤੇ ਹੈ? ਕਿਉਂਕਿ ਮੈਂ ਤਾਂ ਹੁਣ ਤੱਕ ਇਹੀ ਸੁਣਿਆ ਕਿ ਮਿਨੋਰਿਟੀਜ਼ ਦੇ ਨਾਲ ਸੰਬੰਧਿਤ ਲੋਕਾਂ ਦੇ ਘਰ ਜਿਹੜੇ ਆ ਉਹ ਢਾਏ ਗਏ ਆ। ਸੋ ਇਹ ਸਾਰਿਆਂ ਲਈ ਵੀ ਹੈ ਜਾਂ ਫਿਰ ਵਾਕਈ ਮਿਨੋਰਿਟੀਜ਼ ਲਈ ਹੈ? ਇਹ ਪਿਕ ਐਂਡ ਚੂਜ਼ ਫਲੈਕਸੀਬਲ ਡੈਮੋਕ੍ਰੇਸੀ ਜਿਵੇਂ ਇੰਡੀਆ ਚੱਲਦੀ ਆ, ਜਿਹਦੇ ਲਈ ਉਹ ਸਟੇਟ ਦੇ ਮਿਨਿਸਟਰ, ਚੀਫ ਮਿਨਿਸਟਰ ਜਾਂ ਦੂਜੇ ਮਿਨਿਸਟਰ ਸੋਚਦੇ ਆ
ਜਿਵੇਂ ਆਪ ਜੀ ਨੂੰ ਪਤਾ ਹੋਵੇ ਕਿ ਉਹ ਕੰਗਨਾ ਰਣੌਤ ਜਿਹੜੀ ਐਕਟਰੈਸ ਆ ਜਿਹਨੇ ਬੀਜੇਪੀ ਜੁਆਇਨ ਕੀਤੀ ਆ ਤੇ ਬੜੇ ਵਿਵਾਦਿਤ ਬਿਆਨ ਦਿੰਦੀ ਆ, ਉਹਦਾ ਗੈਰ ਕਾਨੂੰਨੀ ਛੱਜਾ ਸੀਗਾ। ਉੱਥੇ ਦੀ ਸ਼ਿਵ ਸੈਨਾ ਸਰਕਾਰ ਨੇ ਉਹ ਗੈਰ ਕਾਨੂੰਨੀ ਛੱਜਾ ਢਾਇਆ ਤੇ ਪੂਰਾ ਜਿਹੜਾ ਗੋਦੀ ਮੀਡੀਆ ਉਹਨੇ ਹੜਕੰਪ ਮਚਾਇਆ ਹੋਇਆ ਸੀਗਾ। ਤੇ ਹੁਣ ਜਦੋਂ ਕਿ ਲੋਕਾਂ ਦੇ ਘੱਟ ਗਿਣਤੀ ਕੌਮਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਘਰ ਢਾਏ ਜਾ ਰਹੇ ਆ ਤੇ ਉਹ ਜਿਹੜਾ ਗੋਦੀ ਮੀਡੀਆ ਬਿਲਕੁਲ ਖਾਮੋਸ਼ ਬੈਠਾ, ਜਿਵੇਂ ਹੋ ਹੀ ਕੁਛ ਨਹੀਂ ਰਿਹਾ ਹੁੰਦਾ। ਤੇ ਜਿਹੜਾ ਹੁਣ ਵੀ ਆ ਉਹ ਸਰਕਾਰੀ ਪੱਖ ਹੀ ਗੋਦੀ ਮੀਡੀਆ ਦੱਸ ਰਿਹਾ ਹੈ ਤੇ ਇਹ ਜਿਹੜਾ ਭਰਤੀ ਯੋਜਨਾ ਦੇ ਵਿੱਚ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਇਹਦੇ ਬਾਰੇ ਗੱਲ ਨਹੀਂ ਕਰਦੇ। ਜਦ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ, ਪਰ ਮਤਲਬ ਕਿ ਜਿਵੇਂ ਇੱਕ ਪੇਸ਼ਾ ਕਰਨ ਵਾਲਿਆਂ ਵਾਂਗੂ ਦਾ ਇਹ ਪੇਸ਼ਾ ਕਰਨ ਤੇ ਆ ਗਏ। ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਵਰਡਿਕਟ ਵੀ ਦਿੱਤਾ ਸੀ ਨਾ ਕਿ ਜੇ ਕੋਈ ਆਪਣੀ ਮਰਜ਼ੀ ਨਾਲ ਬਾਲਗ ਪੇਸ਼ਾ ਕਰਨ ਦੇ ਧੰਦੇ ਵਿੱਚ ਸ਼ਾਮਲ ਆ ਤੇ ਉਹ ਕਾਨੂੰਨੀ ਜੁਰਮ ਨਹੀਂ ਗਿਣਿਆ ਜਾਵੇਗਾ। ਤੇ ਉਹ ਜਿੱਥੇ ਪੇਸ਼ਾ ਕਰਨਾ ਲਿਖਿਆ ਗਿਆ ਸੀ ਉੱਥੇ ਗੋਦੀ ਮੀਡੀਆ ਦੀ ਪੱਤਰਕਾਰੀ ਲਿਖਣਾ ਚਾਹੀਦਾ ਸੀਗਾ। ਜੀ 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 ਬਿਲਕੁਲ, ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਉੱਥੇ ਹੱਕ ਕੁਚਲੇ ਜਾ ਰਹੇ ਆ। ਜਦੋਂ ਘੱਟ ਗਿਣਤੀ ਸੰਬੰਧਿਤ ਉਹ ਲੜਕੀਆਂ ਆ ਉਹਨਾਂ ਨੂੰ ਰੇਪ ਕੀਤਾ ਜਾਂਦਾ, ਥ੍ਰੈਟ ਕੀਤਾ ਜਾਂਦਾ। ਉਹ ਨੌਜਵਾਨ ਆ, ਕਿਸੇ ਨੂੰ ਜੁੱਤੀ ਦੇ ਵਿੱਚ ਪਾਣੀ ਪਾ ਕੇ ਪੀਣ ਲਈ ਮਜਬੂਰ ਕੀਤਾ ਜਾਂਦਾ, ਕਿਸੇ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਜਾਂਦਾ। ਉਹ ਜਿਹੜੇ ਆਪਣੇ ਆਪ ਨੂੰ ਉੱਚ ਜਾਤੀ ਦੇ ਸਮਝਦੇ ਆ। ਇਹ ਮਤਲਬ ਸਭ ਤੋਂ ਜ਼ਿਆਦਾ ਧਰਮ ਦੀ ਗੱਲ ਜਿਸ ਦੇਸ਼ ਵਿੱਚ ਹੁੰਦੀ ਹੈ ਉੱਥੇ ਹੀ ਇਨਸਾਨੀਅਤ ਤੋਂ ਗਿਰੀਆਂ ਹੋਈਆਂ ਹਰਕਤਾਂ ਹੁੰਦੀਆਂ ਔਰ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਆ ਤੇ ਉਹ ਇੱਕ ਤਰ੍ਹਾਂ ਨਾਲ ਉਤਸ਼ਾਹਤ ਹੁੰਦੇ ਆ ਉਹ ਜਿਹੇ ਲੋਕ ਕਿ ਅਸੀਂ ਕੁਝ ਵੀ ਕਰਕੇ ਬਚ ਸਕਦੇ ਆ, ਸਾਡੇ ਤੇ ਕੋਈ ਵੀ ਕਾਰਵਾਈ ਨਹੀਂ ਹੋਊਗੀ। ਕਿਤੇ ਨਾ ਕਿਤੇ ਹਿੰਦੂ ਰਾਸ਼ਟਰ ਵੱਲ ਵਧਦੇ ਹੋਏ ਕਦਮਾਂ ਦੇ ਵਿੱਚੋਂ ਜੋ ਮਹਿਸੂਸ ਹੁੰਦਾ ਹੈ ਕਿ ਇਹ ਵੀ ਇੱਕ ਸਕੀਮ ਜਿਹੜੀ ਹੈ ਅਗਨੀਵੀਰ ਲਿਆਂਦੀ ਗਈ ਹੈ, ਮਾਈਨੋਰਿਟੀਜ਼ ਨੂੰ ਤੰਗ ਕੀਤਾ ਜਾ ਰਿਹਾ। ਉਸ ਤੋਂ ਬਾਅਦ ਜੇ ਯੂਨੀਵਰਸਿਟੀਜ਼ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਦਾ ਵੀ ਕੇਂਦਰੀਕਰਨ ਕਰਨ ਦੀਆਂ ਜਿਹੜੀਆਂ ਨੇ ਉਹ ਖਬਰਾਂ ਆ ਰਹੀਆਂ। ਜਿਹੜੇ ਪੰਜਾਬ 'ਚ ਵਿਦਿਆਰਥੀ ਨੇ ਉਹ ਇਸ ਦੇ ਵਿਰੁੱਧ ਵੀ ਲੱਗੇ ਹੋਏ ਨੇ ਪ੍ਰੋਟੈਸਟ ਕਰਨ, ਤੇ ਪੰਜਾਬ ਪੁਲਿਸ ਉਹਨਾਂ ਨੂੰ ਚੁੱਕ ਕੇ ਬੱਸਾਂ ਦੇ ਵਿੱਚ ਪਾਉਂਦੀ ਹੋਈ ਦੀ ਵੀਡੀਓ ਵੀ ਵਾਇਰਲ ਹੁੰਦੀ ਹੈ। ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਉਸ ਰਸਤੇ ਨੂੰ ਤੁਰਿਆ ਹੋਇਆ ਜਾਂਦਾ ਲੱਗਦਾ ਹੈ ਜਿਹੜਾ ਹਿੰਦੂ ਰਾਸ਼ਟਰ ਤੱਕ ਪਹੁੰਚ ਕੇ ਉਹਨਾਂ ਦੀ ਮੰਜ਼ਿਲ ਜਿਹੜੀ ਹੈ ਉਹ ਖਤਮ ਹੁੰਦੀ ਹੈ, ਜਿਸ ਦੇ ਆਧਾਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਹੋਰ ਵੀ ਸਕੀਮਾਂ, ਹੋਰ ਵੀ ਕਾਨੂੰਨ ਜਿਹੜੇ ਨੇ ਉਹ ਲਾਗੂ ਕੀਤੇ ਜਾਣਗੇ। ਸੋ ਜਿਹਦੇ ਲਈ ਮੈਨੂੰ ਲੱਗਦਾ ਵੀ ਤਿਆਰ ਪਰ ਤਿਆਰ ਰਹਿਣਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ। ਭਾਜੀ ਕੁਝ ਐਡ ਕਰਨਾ ਚਾਹੋਗੇ ਇਹਦੇ ਉੱਤੇ ਤੁਸੀਂ? ਬਿਲਕੁਲ ਸਰਦਾਰ ਦਲਜੀਤ ਸਿੰਘ ਜੀ, ਪਿਛਲੀ ਕਾਂਗਰਸ ਸਰਕਾਰ ਜਾਣ ਵੇਲੇ ਜਿਵੇਂ ਉਹ ਬਾਰਡਰ ਦੇ ਇਲਾਕੇ ਦਾ 50 ਕਿਲੋਮੀਟਰ ਇਲਾਕਾ BSF ਦੇ ਹਵਾਲੇ ਕਰ ਦਿੱਤਾ ਗਿਆ ਜੀ। ਉਸ ਤੋਂ ਬਾਅਦ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਆ ਤਾਂ ਫਿਰ ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਵਿਸਿਜ਼ ਰੂਲ ਖਤਮ ਕਰਕੇ ਕੇਂਦਰੀ ਸਰਵਿਸਿਜ਼ ਰੂਲ ਲੈ ਕੇ ਆ ਗਏ। ਉਸ ਤੋਂ ਬਾਅਦ ਇਹ ਜਿਹੜੇ ਮਤਲਬ ਆਹ ਚੰਡੀਗੜ੍ਹ ਦੇ ਹਰ ਹੱਕ ਖੋਣ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਖੋਣ ਤੇ ਆ ਗਏ। ਜਦੋਂ ਮਤਲਬ ਕਿਸੇ ਨੂੰ ਵਿੱਦਿਆ ਤੋਂ ਵਿਰਵੇ ਰੱਖਿਆ ਜਾਣਾ, ਉੱਥੇ ਉਹ ਪਾਠਕ੍ਰਮ, ਉਹ ਸਿਲੇਬਸ ਲੈ ਕੇ ਆ ਜਾਣੇ ਆ ਜਿਨ੍ਹਾਂ ਦੇ ਨਾਲ ਉਹ ਮਤਲਬ ਤੁਹਾਡੀ ਹੋਂਦ ਨੂੰ ਖਤਰਾ ਹੁੰਦਾ ਹੈ। ਜਿਵੇਂ ਉਹ ਇੱਕ ਕਹਾਵਤ ਹੈ ਕਿ ਜੇ ਤੁਹਾਨੂੰ ਮਤਲਬ ਮੇਰੀ ਬੋਲੀ ਤੋਂ, ਮੇਰੇ ਤੋਂ, ਧਰਮ ਤੋਂ, ਕਿਸੇ ਚੀਜ਼ ਤੋਂ ਖਤਰਾ ਹੈ ਤੇ ਇਹਦਾ ਮਤਲਬ ਕਿ ਤੁਸੀਂ ਮੇਰੇ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਜਾਂ ਕੀਤਾ ਹੋਇਆ। ਤੇ ਜਿਵੇਂ ਪੰਡਿਤ ਨਹਿਰੂ ਦਾ ਵੀ ਸੀਗਾ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਤੇ ਉਹਦੀ ਬੋਲੀ ਨੂੰ ਖਤਮ ਕਰ ਦਿਓ, ਜੇ ਕਿਸੇ ਨੂੰ ਹੱਕਾਂ ਤੋਂ ਵਿਰਵੇ ਰੱਖਣਾ ਤੇ ਉਹਨੂੰ ਐਜੂਕੇਟ ਨਾ ਕਰੋ ਕਿ ਉਹਨੂੰ ਸੋਚੀ ਨਾ ਹੋਵੇ ਕਿ ਮੇਰੇ ਨਾਲ ਇਹ ਘਟਨਾਕ੍ਰਮ ਵਾਪਰ ਕੀ ਰਿਹਾ। ਸਮੁੱਚੇ ਰੂਪ ਵਿੱਚ ਜਿਵੇਂ ਹੀ 8 ਸਾਲ ਪਹਿਲਾਂ, 8.25 ਸਾਲ ਪਹਿਲਾਂ ਆਏ ਸੀਗੇ ਪੂਰਨ ਬਹੁਮਤ ਨਾਲ, ਉਦੋਂ ਤੋਂ ਹੀ ਹਿੰਦੁਸਤਾਨ ਵੱਲ ਨੂੰ ਬਹੁਤ ਤੇਜ਼ੀ ਨਾਲ ਵਧੇ ਹੋਏ ਆ। ਪੰਜਾਬ ਨੂੰ ਤੇ 1947 ਤੋਂ ਕਲੋਨੀ ਵਾਂਗੂ ਵਰਤਿਆ ਜਾ ਰਿਹਾ ਸੀਗਾ, ਪਰ ਆ ਜਿਹੜਾ ਕਿਸਾਨ ਉਹ ਬਿੱਲ ਲੈ ਕੇ ਆਏ ਸੀਗੇ ਤੇ ਪੰਜਾਬ ਨੇ ਜਿਹੜਾ ਬਹੁਤ ਹੀ ਮਜ਼ਬੂਤ ਤੌਰ ਤੇ ਮਤਲਬ ਵਿਰੋਧ ਕੀਤਾ ਤੇ ਪੰਜਾਬ ਦੀ ਬਾਹ ਫੜੀ ਆ। ਬਾਕੀ ਦੇਸ਼ ਨੇ ਉਹ ਤੋਂ ਪੂਰੀ ਦੀ ਪੂਰੀ ਦੁਸ਼ਮਣੀ ਪੰਜਾਬ ਨਾਲ ਕੱਢ ਕੇ ਤੇ ਇਹਨੂੰ ਘਸਿਆਰਾ ਬਣਾਉਣਾ ਤੇ ਤੁਲੇ ਹੋਏ ਆ ਹੁਕਮਰਾਨ ਦੇਸ਼ ਦੇ। ਜੀ ਬਿਲਕੁਲ ਬਿਲਕੁਲ, ਵਾਕਿਆ ਹੀ ਹਾਲਾਤ ਜਿਹੜੇ ਨੇ ਸ਼ਾਇਦ ਨਾਜ਼ੁਕ ਦੇਸ਼ ਦੇ ਜਿਹੜੇ ਨੇ ਉਹ ਬਣਾਉਂਦੇ ਲੱਗ ਰਹੇ ਨੇ, ਕਿਉਂਕਿ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ BJP ਉਹ ਇਸ ਰਾਹ ਦੇ ਉੱਤੇ ਤੁਰੀ ਹੋਈ ਨਜ਼ਰ ਆਉਂਦੀ ਹੈ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਰੰਗ ਲੈ ਕੇ ਆਉਂਦੇ ਨੇ। ਸੋ ਹੁਣ ਗੱਲ ਆਪਾਂ ਜੇ ਕਰੀਏ ਭਾਜੀ ਪੰਜਾਬ ਵੱਲ ਨੂੰ ਮੋੜਾ ਪਾਈਏ ਕਿ ਸੰਗਰੂਰ ਦੇ ਵਿੱਚ ਜਿਹੜੀਆਂ ਇਸ ਵੇਲੇ ਜਿਮਣੀ ਚੋਣਾਂ ਨੇ ਉਹ ਹੋਣ ਜਾ ਰਹੀਆਂ, ਜਿਸ ਨੂੰ ਲੈ ਕੇ ਵਿਵਾਦ ਵੀ ਭਖੇ ਹੋਏ ਨੇ।
ਦੋ ਧਿਰਾਂ ਨੇ, ਦੋਨੋਂ ਆਪਣੇ ਆਪ ਨੂੰ ਪੰਥਕ ਦੱਸ ਰਹੀਆਂ ਨੇ। ਇੱਕ ਧਿਰ ਹੈਗੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਵੱਲੋਂ ਬੀਬੀ ਕਮਲਦੀਪ ਕੌਰ ਜੋ ਮੂੰਹ ਬੋਲੀ ਭੈਣ ਹੈ ਭਾਈ ਰਾਜੋਆਣਾ ਦੀ, ਤੇ ਦੂਸਰੇ ਪਾਸੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ। ਸੋ ਹੁਣ ਪੰਥਕ ਜਿਹੜੇ ਨੇ ਇੱਕ ਦੂਜੇ ਦੇ ਸਾਹਮਣੇ ਹੋ ਗਏ ਆ। ਸੋ ਆਖਰ ਇਹ ਚੱਲ ਕੀ ਰਿਹਾ ਹੈ? ਮਤਲਬ ਜੇ ਹੁਣ ਕੌਮ ਜਿਹੜੀ ਹੈ ਉਹ ਭੰਬਲ ਭੂਸੇ ਦੇ ਵਿੱਚ ਨਹੀਂ ਹੈ ਕਿ ਦੋਨੋਂ ਪਾਸੇ ਜਦੋਂ ਕਿਹਾ ਜਾ ਰਿਹਾ ਕਿ ਅਸੀਂ ਪੰਥਕ ਹਾਂ, ਉਹ ਕਹਿੰਦੇ ਅਸੀਂ ਪੰਥਕ ਹਾਂ। ਸੋ ਹੁਣ ਕੌਮ ਕਿਵੇਂ ਫੈਸਲਾ ਕਰੂਗੀ? ਇਹਦਾ ਮਤਲਬ ਇਹ ਹੋਏਗਾ ਵੀ ਦੋਨੋਂ ਪੰਥਕ ਜਦੋਂ ਸਾਹਮਣੇ ਨੇ ਤਾਂ ਵੋਟਾਂ ਜਿਹੜੀਆਂ ਨੇ ਉਹ ਖਰਾਬ ਹੋਣਗੀਆਂ, ਤੇ ਤੀਜੀ ਧਿਰ ਜਿਹੜੀ ਹੈ ਉਹ ਇਹਦਾ ਫਾਇਦਾ ਲੈ ਜੂਗੀ। ਮਤਲਬ ਕਿ ਇਹ ਦੋਨੋਂ ਪੰਥਕ ਜਿਹੜੇ ਨੇ ਫਿਰ ਰਹਿ ਜਾਣਗੇ ਕਿਉਂਕਿ ਇੱਕ ਦੂਜੇ ਦੀਆਂ ਵੋਟਾਂ ਤੋੜਨਗੇ। ਸੋ ਕਿਵੇਂ ਦੇਖਦੇ ਹੋ ਇਹਨੂੰ? ਸਰਦਾਰ ਦਲਜੀਤ ਸਿੰਘ ਜੀ, ਜਿਹੜੇ ਤੇ ਸੋਝੀ ਰੱਖਦੇ ਆ ਪੋਲਿਟਿਕਸ ਦੀ, ਜਿਹੜੇ ਪੰਥ ਦੀ ਸਿਆਸਤ ਨੂੰ ਜਾਂ ਪੰਥ ਨੂੰ ਸਮਝਦੇ, ਉਹ ਕਦੀ ਵੀ ਭੰਬਲ ਭੂਸੇ 'ਚ ਨਹੀਂ ਪੈ ਸਕਦੇ। ਇਹ ਜਾਂ ਤਾਂ ਜਿਹਨਾਂ ਨੇ ਵੋਟਾਂ ਵੇਚਣੀਆਂ ਹੁੰਦੀਆਂ ਉਹ ਇਹੋ ਜਿਹਾ ਬਹਾਨਾ ਲਾ ਸਕਦੇ ਆ, ਜਾਂ ਫਿਰ ਜਿਹੜਾ ਕੋਈ ਕੈਡਰ ਪਹਿਲਾਂ ਸ਼ਰਾਰਤੀ ਪੱਖ ਰੱਖਦਾ ਹੋਵੇ ਉਹ ਰੱਖ ਸਕਦਾ ਜੀ। ਤੇ ਜਿਵੇਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਸਾਹਿਬ ਦੇ ਜਿਹੜੇ ਪਹਿਲੇ ਬਿਆਨ ਆਉਂਦੇ ਹੁੰਦੇ ਸੀਗੇ ਕਿ ਮੈਂ ਭਾਰਤ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ, ਇਸ ਕਰਕੇ ਮੈਂ ਰਹਿਮ ਦੀ ਅਪੀਲ ਨਹੀਂ ਕਰਨੀ, ਉਸ ਵੇਲੇ ਤੋਂ ਉਹਨਾਂ ਸਾਰਿਆਂ ਲੀਡਰਾਂ ਦੇ ਖਿਲਾਫ ਵੀ ਹੁੰਦੇ ਸੀਗੇ ਕਿ ਜਿਹੜੇ ਭਾਰਤੀ ਸੰਵਿਧਾਨ 'ਚ ਚੋਣਾਂ ਲੜਦੇ ਆ ਉਹ ਗਲਤ ਆ। ਇਸ ਤੋਂ ਪਹਿਲਾਂ 2014 ਵਿੱਚ ਉਹਨਾਂ ਦੀ ਮੂੰਹ ਬੋਲੀ ਭੈਣ ਨੇ ਚੋਣ ਲੜੀ। ਫਿਰ ਜਦੋਂ ਉਹ ਦੂਜਿਆਂ ਦਾ ਵਿਰੋਧ ਕਰਦੇ ਸੀਗੇ ਕਿ ਜਿਹੜੇ ਭਾਰਤੀ ਸੰਵਿਧਾਨ 'ਚ ਚੋਣਾਂ ਲੜਦੇ ਆ, ਤੇ ਉਹਨਾਂ ਦੀ ਮੂੰਹ ਬੋਲੀ ਭੈਣ ਨੂੰ ਉਦੋਂ ਚੋਣ ਨਹੀਂ ਸੀ ਲੜਨੀ ਚਾਹੀਦੀ। ਬਿਲਕੁਲ। ਤੇ ਹੁਣ ਉਹ ਦੂਜੀ ਵਾਰੀ ਲੜ ਰਹੇ ਆ। ਤੇ ਜਿਹੜਾ ਇਹ ਬਾਦਲ ਅਕਾਲੀ ਦਲ ਆ, ਜੇ ਇਹਨਾਂ ਦਾ ਸਮੁੱਚੇ ਰੂਪ ਵਿੱਚ 1956 ਵਿੱਚ ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣ ਲੜ ਕੇ ਉਹ MLA ਦੀ ਆਏ ਸੀ, ਉਸ ਤੋਂ ਬਾਅਦ 5 ਵਾਰੀ ਮੁੱਖ ਮੰਤਰੀ ਬਣੇ। ਜੇ ਇਹਨਾਂ ਦਾ ਪੂਰਾ ਟਰੈਕ ਰਿਕਾਰਡ ਦੇਖਿਆ ਜਾਵੇ, ਜਦੋਂ ਇਹ ਪਿੱਛੇ ਵੀ 10 ਸਾਲ ਪਾਵਰ ਵਿੱਚ ਰਹੇ ਆ, ਤੇ ਇਹਨਾਂ ਨੂੰ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਦੀ ਮਾਤਾ ਜੀ ਤੇ ਹੋਰ ਅਨੇਕਾਂ ਜਿਹੜੇ ਸਿੰਘ ਆ, ਉਹਨਾਂ ਨੇ ਇੰਨੀਆਂ ਹੀ ਬੇਨਤੀਆਂ ਕੀਤੀਆਂ ਸੀ ਕਿ ਘੱਟੋ ਘੱਟ ਉਹਨਾਂ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਆਓ, ਸਾਨੂੰ ਦਿੱਲੀ ਜਾਣ ਲਈ ਬਹੁਤ ਮੁਸ਼ਕਲ ਆਉਂਦੀ ਹੈ। ਤੇ ਇਹੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਕਿਹਾ ਸੀਗਾ ਕਿ ਪੰਜਾਬ ਦੇ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋ ਜਾਊਗਾ ਜੇ ਉਹਨਾਂ ਨੂੰ ਮੈਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਲੈ ਆਇਆ ਜੀ। ਤੇ ਸਵਾਏ ਬਲਵੰਤ ਸਿੰਘ ਰਾਜੋਆਣਾ ਤੋਂ ਉਹਨਾਂ ਨੂੰ ਹੋਰ ਕੋਈ ਬੰਦੀ ਸਿੰਘ ਨਹੀਂ ਨਜ਼ਰ ਆਉਂਦਾ। ਜਦੋਂ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਨਿਯੁਕਤ ਕੀਤਾ ਗਿਆ ਸੀਗਾ, ਤੇ ਵੀਡੀਓ ਫਿਲਮਾਂ ਮੌਜੂਦ ਆ, ਤੇ ਸੁਖਬੀਰ ਬਾਦਲ ਕਹਿ ਰਿਹਾ ਕਿ ਅੱਤਵਾਦੀ ਕੌਮ ਨੂੰ ਸੇਧ ਨਹੀਂ ਦੇ ਸਕਦਾ। ਤੇ ਮਤਲਬ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਲੀਗਲ ਐਡਵੋਕੇਟ ਉਹ ਵੀ ਸਿਮਰਨਜੀਤ ਸਿੰਘ ਆ, ਉਹਨਾਂ ਦੀ ਤੁਸੀਂ ਵੀਡੀਓ ਵੇਖ ਸਕਦੇ ਕਿ ਜੇ ਬੀਬੀ ਇਹ ਕਮਲਦੀਪ ਕੌਰ ਆਜ਼ਾਦ ਖੜ ਜਾਂਦੀ ਤੇ ਅਸੀਂ ਮਾਨ ਸਾਹਿਬ ਨੂੰ ਬਿਠਾ ਲੈਂਦੇ ਜੀ। ਬਿਲਕੁਲ। ਕਿਉਂਕਿ ਇਹਦੇ ਨਾਲ ਇਹ ਆ ਕਿ ਜੇ ਇੰਨੀ ਬਾਦਲ ਦਲ ਚੋਣਾਂ ਹਾਰਦਾ ਤਾਂ ਰਿਹਾ ਹੈ, ਪਰ ਜਿੰਨੀ ਨਮੋਸ਼ੀ ਪੂਰਵਕ ਹਾਰ ਇਹ ਹੋਈ ਆ ਕਿ ਸਿਰਫ 3 MLA ਜਿੱਤੇ ਆ, ਇੰਨੀ ਨਮੋਸ਼ੀ ਪੂਰਵਕ ਹਾਰ ਕਦੇ ਨਹੀਂ ਹੋਈ। ਉਹ ਆਪਣਾ ਆਧਾਰ ਤਲਾਸ਼ ਰਿਹਾ ਹੈ। ਇਹ ਪਹਿਲਾਂ ਤੋਂ ਰਵਾਇਤ ਰਹੀ ਆ ਇਹਨਾਂ ਰਵਾਇਤੀ ਅਕਾਲੀਆਂ ਦੀ। ਜਦੋਂ ਇਹਨਾਂ ਤੋਂ ਪਾਵਰ ਖੁੱਸਦੀ ਆ ਤੇ ਪੰਥ ਖਤਰੇ ਵਿੱਚ ਵੀ ਇਹਨਾਂ ਨੂੰ ਨਜ਼ਰ ਆਉਂਦਾ। ਇਹਨਾਂ ਨੂੰ ਪੰਥਕ ਮੁੱਦੇ ਵੀ ਯਾਦ ਆਉਂਦੇ ਆ। 1995 ਚ ਮੋਗਾ ਦੀ ਦਾਣਾ ਮੰਡੀ ਵਿੱਚ ਰੈਲੀ ਕਰਕੇ ਇਹਨਾਂ ਨੇ ਕਿਹਾ ਸੀਗਾ ਕਿ ਅੱਜ ਤੋਂ ਇਹ ਪੰਜਾਬ ਪਾਰਟੀ ਬਣ ਗਈ ਹੈ, ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਅੱਜ ਤੋਂ ਅਧਿਕਾਰਤ ਤੌਰ ਤੇ ਪਾਰਟੀ ਬਿਆਨਾਂ 'ਚ ਪੰਥ ਲਫ਼ਜ਼ ਨਹੀਂ ਵਰਤਿਆ ਜਾਊਗਾ। ਅਸੀਂ ਅਨੰਦਪੁਰ ਸਾਹਿਬ ਦਾ ਮਤਾ ਵਾਪਸ ਲੈਨੇ ਆ। ਇਹ ਔਨ ਦਾ ਰੈਕੋਰਡ ਆ। ਅੱਛਾ। ਤੇ ਇਹ ਮਤਲਬ ਬੀਬੀ ਜੀ ਨੂੰ ਚਾਹੀਦਾ ਸੀਗਾ ਕਿ ਜੇ ਉਹ ਚੋਣ ਲੜਨੀ ਚਾਹੁੰਦੇ ਤੇ ਉਹ ਆਜ਼ਾਦ ਚੋਣ ਲੜਦੇ ਤੇ ਆਪਣੇ ਕਿਸੇ ਨੁਮਾਇੰਦੇ ਨੂੰ ਭੇਜ ਦਿੰਦੇ। ਫਿਰ ਅਸੀਂ ਵੀ ਮਾਨ ਸਾਹਿਬ ਨੂੰ ਬੇਨਤੀ ਕਰ ਸਕਦੇ ਸੀਗੇ ਕਿ ਮਾਨ ਸਾਹਿਬ ਬੀਬੀ ਨੂੰ ਚੋਣ ਲੜ ਲੈਣ ਦਿਓ, ਤੁਸੀਂ ਚੋਣ ਵਿੱਚ ਹਿੱਸਾ ਨਾ ਲਓ। ਤੇ ਇਹ ਪਹਿਲਾ ਮੌਕਾ ਹੋਊਗਾ ਕਿ 3.5 ਮਹੀਨੇ ਪਹਿਲਾਂ 92 MLA ਨਾਲ ਚੋਣ ਜਿੱਤ ਕੇ ਆਮ ਆਦਮੀ ਆਈ ਪਾਰਟੀ ਵਿੱਚ। ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਜਿਹੜੀ ਪਾਰਟੀ ਦਾ ਰਾਜ ਹੋਵੇ ਤੇ ਜਿਹੜੀ ਜਿਮਨੀ ਚੋਣ ਹੁੰਦੀ ਉਹ ਜਿੱਤ ਜਾਂਦੀ ਆ ਜੀ। ਪਰ ਇਸ ਨਮੋਸ਼ੀ ਪੂਰਵਕ ਢੰਗ ਦੇ ਨਾਲ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਦੇ ਕਾਫਲੇ ਨੂੰ ਉੱਥੋਂ ਭੱਜਣਾ ਪੈਂਦਾ, ਤੇ ਉਹ ਜਿੰਨੀ ਕੁ ਗਿਣਤੀ ਦੀਆਂ ਸੀਟਾਂ ਤੇ ਜਦੋਂ ਕਿਤੇ ਕਰਦੇ ਆ ਪ੍ਰੋਗਰਾਮ, ਉਹ ਵੀ ਬਹੁਤ ਹੈਰਾਨੀ ਪੂਰਵਕ ਇੱਕ ਘਟਨਾਕ੍ਰਮ ਆ ਜੀ। ਤੇ ਪਤਾ ਨਹੀਂ ਉਹ ਜਿਹੜੀਆਂ, ਕਿਉਂਕਿ ਸੈਂਟਰ ਵਿੱਚ ਆਪੋਜੀਸ਼ਨ ਦੇ ਵਿੱਚ BJP ਆ, ਜਿਹਨਾਂ ਤੇ EVM ਮਸ਼ੀਨਾਂ ਦੇ ਘਟਾਲੇ ਦਾ ਆਉਂਦਾ ਆ। ਇਹ ਨਹੀਂ ਪਤਾ ਕਿ ਹੁਣ ਪੰਜਾਬ ਸਰਕਾਰ ਦਾ ਚੋਣ ਕਮਿਸ਼ਨ ਜਾਂ ਉਹ EVM ਮਸ਼ੀਨਾਂ ਤੇ ਕਿੰਨਾ ਕੁ ਪ੍ਰਭਾਵ ਹੋਊਗਾ ਜੀ। ਜੇ ਉਹਨਾਂ ਦਾ EVM ਤੇ ਕੋਈ ਪ੍ਰਭਾਵ ਆ ਤਾਂ ਕਿਹਾ ਨਹੀਂ ਜਾ ਸਕਦਾ, ਨਹੀਂ ਤਾਂ ਜੇ EVM ਤੇ ਪ੍ਰਭਾਵ ਆ ਫਿਰ ਆਪਾਂ ਕਿਆਸ ਰਾਈਆਂ ਜਿੰਨੀਆਂ ਮਰਜ਼ੀ ਕਰੀ ਜਾਈਏ, ਪਰ ਜੇ EVM ਨਾਲ ਤਾਂ ਜੇ ਦੇਖਿਆ ਜਾਵੇ ਤਾਂ ਫਿਰ ਉਹ ਕੁਝ ਵੀ ਕਰ ਸਕਦੇ ਆ।
ਬਿਲਕੁਲ। ਦੂਜਾ, ਜਿਵੇਂ ਬੀਜੇਪੀ ਇੱਕ ਤਰ੍ਹਾਂ ਦੇ ਨਾਲ ਉਹ ਭਾਈਵਾਲੀ ਵਿੱਚ ਵੀ ਆ ਅਕਾਲੀ ਦਲ ਦੇ, ਭਾਵੇਂ ਜਨਤਕ ਤੌਰ ਤੇ ਨਹੀਂ, ਪਰ ਟੁੱਟਿਆ ਅਲਾਇੰਸ ਕਿਤੇ ਨਹੀਂ, ਪਰ ਉਹ ਵੱਧ ਸੀਟਾਂ ਮੰਗ ਰਹੇ ਆ। ਤੇ ਇਸ ਵੇਲੇ ਜਿਵੇਂ ਆਪਾਂ ਕਈ ਵਾਰੀ ਕਿਸੇ ਨੂੰ ਬਾਹ ਮਰੋੜ ਕੇ ਨਹੀਂ ਮਨਾਈਦਾ, ਤੇ ਕਿਉਂਕਿ ਇਹ ਜਿਹੜੀਆਂ ਜਿਮਨੀ ਚੋਣਾਂ ਹੁੰਦੀਆਂ, ਕਿਉਂਕਿ 1.5 ਪੌਣੇ 2 ਸਾਲ ਰਹਿੰਦਾ ਜਿਹੜੀਆਂ ਆਮ ਚੋਣਾਂ ਹੋਣੀਆਂ, ਇਹ ਇੱਕ ਤਰ੍ਹਾਂ ਦੇ ਨਾਲ ਭਵਿੱਖ ਦੀ ਲਈ ਉਹ ਜਿਹੜਾ ਹੁੰਦਾ ਪ੍ਰੈਕਟਿਕਲ, ਜਿੱਦਾਂ ਥਿਊਰੀ ਵਿੱਚ ਤੇ ਏਜੰਸੀਆਂ ਸਰਵੇ ਕਰਾਉਂਦੀਆਂ, ਕਹਿੰਦੀਆਂ ਇੱਕ ਪ੍ਰੈਕਟੀਕਲ ਸਰਵੇ ਦੀ ਤਰ੍ਹਾਂ ਹੁੰਦਾ ਆ। ਜੀ ਬਿਲਕੁਲ। ਲੰਬੇ ਸਮੇਂ ਤੋਂ ਬੀਜੇਪੀ ਚਾਹੁੰਦੀ ਹੈ ਕਿ ਜ਼ਿਆਦਾ ਸੀਟਾਂ ਲਈਆਂ ਜਾਣ, ਕਿਉਂਕਿ ਹੁਣ ਸੈਂਟਰ 'ਚ ਪੂਰਨ ਬਹੁਮਤ ਨਾਲ ਆ, ਤਾਂ ਇੱਕ ਤਰ੍ਹਾਂ ਨਾਲ ਟਵਿਸਟ ਕਰਕੇ ਹੋ ਸਕਦਾ ਉਹ ਮਤਲਬ ਇਹੋ ਜਿਹਾ ਕੋਈ ਪ੍ਰਭਾਵ ਵਰਤਣ ਕੇ ਅਕਾਲੀ ਦਲ ਬਾਦਲ ਦਾ ਜਿਹੜਾ ਆ ਇਹਨਾਂ ਨੂੰ ਥੋੜਾ ਹੋਰ ਮਤਲਬ ਥੱਲੇ ਸੁੱਟਣ ਕੇ, ਤਾਂ ਕਿ ਇਹ ਆਉਣ ਵਾਲੀਆਂ ਚੋਣਾਂ ਵਿੱਚ ਝੁੱਕ ਕੇ ਉਹਨਾਂ ਦੀਆਂ ਸ਼ਰਤਾਂ ਮੰਨ ਜਾਣ। ਇਹੋ ਜਿਹਾ ਕੁਛ ਵੀ ਹੋ ਸਕਦਾ ਆ, ਪਰ ਜੋ ਕੁਛ ਵੀ ਹੋਵੇ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਸਮਝਣਾ ਚਾਹੀਦਾ ਕਿ ਇਹ ਉਹੀ ਰਵਾਇਤੀ ਅਕਾਲੀ ਦਲ ਆ ਜਿਨ੍ਹਾਂ ਤੇ ਬੇਅਦਬੀਆਂ ਦੇ ਦੋਸ਼ ਆ। 13 ਅਪ੍ਰੈਲ 1978 ਦਾ ਸਾਕਾ ਹੁੰਦਾ, ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ। 70s ਵਿੱਚ ਜਦੋਂ ਨੈਕਸਲਾਈਟ ਮੂਵਮੈਂਟਸ ਆਈ ਸੀਗੀ, ਉਹ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਢ ਬੰਨਣ ਦਾ ਦੋਸ਼ ਵੀ ਪ੍ਰਕਾਸ਼ ਸਿੰਘ ਬਾਦਲ ਤੇ ਲੱਗਦਾ। ਨੈਕਸਲਾਈਟ ਮੂਵਮੈਂਟ ਤੇ ਉਹ ਬਾਬਾ ਬੂਝਾ ਸਿੰਘ ਜੀ ਸਮੇਤ ਜਿੰਨੇ ਹੋਏ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਪੂਰਨ ਬਹੁਮਤ ਦੇ ਨਾਲ 97 ਵਿੱਚ ਆਇਆ, ਇਹਨਾਂ ਨੇ ਕਿਹਾ ਸੀਗਾ ਕਿ ਵਾਈਟ ਪੇਪਰ ਇਸ਼ੂ ਕਰਾਂਗੇ, ਕੁਝ ਵੀ ਇਸ਼ੂ ਨਹੀਂ ਕੀਤਾ। ਤੇ ਸਰਕਾਰ ਦੀ ਜੋ ਵੀ ਸਕੀਮ, ਜੋ ਵੀ ਪਾਲਿਸੀ ਆਉਂਦੀ ਰਹੀ ਆ, ਈਵਨ KPS ਗਿੱਲ ਨੇ ਇੱਕ ਕਿਤਾਬ ਲਿਖੀ ਸੀਗੀ, ਉਹ 'ਚ ਕਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਮੈਨੂੰ ਮਿਲਦੇ ਰਹਿੰਦੇ ਸੀ, ਮੇਰੇ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਸੀਗੇ। ਜਿੱਥੋਂ ਤੱਕ ਦੇਖਿਆ ਜਾਵੇ ਕਿ ਉਹ 92 ਦਾ ਬਾਈਕਾਟ ਵਿੱਚ ਵੀ ਬਾਦਲ ਦਲ ਤਾਂ ਹੀ ਬਹੁਤ ਜਲਦੀ ਨਾਲ ਮੰਨਿਆ ਸੀਗਾ ਕਿ ਨੌਜਵਾਨਾਂ ਨੂੰ ਕਾਂਗਰਸ ਤੋਂ ਹੀ ਪਹਿਲਾਂ ਮਤਲਬ ਸ਼ਹੀਦ ਕਰਵਾ ਲਿਆ ਜਾਵੇ ਤੇ ਸਾਡੇ ਲਈ ਆਉਣ ਵਾਲੇ ਸਮੇਂ 'ਚ ਮੈਦਾਨ ਸਾਫ਼ ਹੋ ਜਾਊਗਾ। ਤੇ ਨਹੀਂ, ਉਹ ਏਜੰਸੀਆਂ ਨੇ ਭਰੋਸੇ ਵਿੱਚ ਲੈ ਕੇ ਉਹਨਾਂ ਨੂੰ ਹੁੰਦਾ ਕਿ ਨਹੀਂ ਤਾਂ ਤੁਸੀਂ ਇਹ ਕੰਮ ਕਰੋ, ਜੇ ਤੁਸੀਂ ਨਹੀਂ ਕਰ ਸਕਦੇ ਪਿੱਛੇ ਹਟ ਜਾਓ, ਤੇ ਸਾਨੂੰ ਜਿਹਨੂੰ ਅਸੀਂ ਕਰਵਾਉਣਾ ਚਾਹੁੰਦੇ ਉਹ ਤੋਂ ਕਰਵਾ ਲੈਣ ਦਿਓ। ਦਰਬਾਰ ਸਾਹਿਬ ਤੇ ਅਟੈਕ ਲਈ ਰਵਾਇਤੀ ਅਕਾਲੀ ਦਲਾਂ ਦੀਆਂ ਜਿਹੜੀਆਂ ਚੰਡੀਗੜ੍ਹ ਮੀਟਿੰਗਾਂ ਹੁੰਦੀਆਂ ਰਹੀਆਂ, ਮੀਟਿੰਗਾਂ ਵੀ ਜ਼ਾਹਰ ਹੁੰਦੀਆਂ, ਚਿੱਠੀਆਂ ਤੇ ਦਸਤਖਤ ਵੀ ਜ਼ਾਹਰ ਹੁੰਦੇ ਆ। ਉਸ ਪਾਰਟੀ ਦੀ ਟਿਕਟ ਤੇ ਬੀਬੀ ਕਮਲਜੀਤ ਕੌਰ ਜੇ ਚੋਣ ਲੜਦੇ ਆ ਤੇ ਉਹ ਪੰਥਕ ਕਹਾਉਂਦੇ ਆ, ਤੇ ਫਿਰ ਜਿਹੜੇ ਲੋਕ ਮਤਲਬ ਪੰਜਾਬ ਦੇ ਵਾਸੀ ਆ ਜਾਂ ਸਿੱਖ ਕੌਮ ਨਾਲ ਸੰਬੰਧਿਤ ਆ, ਜੇ ਫਿਰ ਵੀ ਕਹਿੰਦੇ ਕਿ ਅਸੀਂ ਭੰਬਲ ਭੂਸੇ ਵਿੱਚ ਆ, ਤੇ ਬਹੁਤ ਹੀ ਹੈਰਾਨੀ ਪੂਰਵਕ ਹੋ ਸਕਦਾ ਆ। ਫਿਰ ਗੱਲ ਤਾਂ ਸਾਰੀ ਸਪਸ਼ਟ ਆ ਨਾ। ਜੀ ਬਿਲਕੁਲ। ਬਾਕੀ ਸਵਾਲ ਜਿਹੜਾ ਹੈ ਉਹ ਵੀ ਬੜਾ ਇੱਕ ਅਜੀਬੋ ਗਰੀਬ ਜਿਹੜਾ ਉਹ ਖੜਾ ਹੋ ਜਾਂਦਾ ਹੈ ਕਿ ਆਖਰ ਸੰਗਰੂਰ ਵਾਲੀ ਸੀਟ ਦੇ ਵਿੱਚ, ਯਾਨੀ ਕਿ ਐਮਪੀਸ਼ਿਪ ਦੀ ਸੀਟ ਦੇ ਵਿੱਚ ਕਿਹੜੀ ਐਸੀ ਸਪੈਸ਼ਲ ਪਾਵਰ ਹੈ ਕਿ ਜੇ ਉੱਥੋਂ ਇਹ ਪੰਥਕ ਜਿਹੜੇ ਲੋਕ ਜਿਹੜੇ ਕਹਿੰਦੇ ਨੇ ਕਿ ਅਸੀਂ ਬੰਦੀ ਸਿੰਘ ਰਿਹਾ ਕਰਾਵਾਂਗੇ, ਸੋ ਕਿਵੇਂ ਕਰਵਾ ਲੈਣਗੇ? ਕਿਹੜੀ ਸਪੈਸ਼ਲ ਪਾਵਰ ਜਿਹੜੀ ਸੰਗਰੂਰ ਦੀ ਸੀਟ ਦੇ ਵਿੱਚ ਹੈ? ਕਿਉਂਕਿ MP ਤਾਂ ਬੀਬੀ ਹਰਸਿਮਰਤ ਕੌਰ ਬਾਦਲ ਵੀ ਰਹਿ ਚੁੱਕੇ ਨੇ, ਸੁਖਬੀਰ ਸਿੰਘ ਬਾਦਲ ਵੀ ਰਹਿ ਚੁੱਕੇ ਆ, ਸੋ ਉਸ ਵੇਲੇ ਵੀ ਜੇ ਕਹੀਏ ਕਿ ਸਿੰਘ ਰਿਹਾ ਕਰਵਾਏ ਜਾ ਸਕਦੇ ਸੀ। ਪਰ ਮੈਨੂੰ ਲੱਗਦਾ ਵੀ ਇਸ ਜਿਹੜੀ ਇਹ ਸੀਟ ਹੈ ਇਹਨੂੰ ਸਪੈਸ਼ਲ ਪਾਵਰਾਂ ਮਿਲੀਆਂ ਹੋਈਆਂ ਕਿ ਜਿਹੜਾ ਇੱਥੋਂ ਜਿੱਤੂਗਾ ਉਹ ਰਿਹਾ ਕਰਵਾ ਸਕਦਾ। ਸਰਦਾਰ ਦਲਜੀਤ ਸਿੰਘ ਜੀ, ਇਹੀ ਗੱਲ ਦਾਸ ਨੇ ਕਹਿਣੀ ਸੀ ਕਿ ਬੀਬੀ ਹਰਸਿਮਰਤ ਕੌਰ ਆਲਰੇਡੀ MP ਆ, ਉਸ ਤੋਂ ਪਹਿਲਾਂ ਅਨੇਕਾਂ MP ਰਹਿ ਚੁੱਕੇ ਆ, ਜੋ ਪਿੱਛੇ 10 ਸਾਲ ਇਹ ਪੰਜਾਬ ਦੇ ਵਿੱਚ ਲਗਾਤਾਰ ਰਾਜ ਕੀਤਾ। ਨਹੀਂ ਤਾਂ ਉਹ 5 ਸਾਲ ਦੀ ਟਰਮ ਬਾਦਲ ਦਾ ਰਵਾਇਤੀ ਦਲ ਤੇ ਦੂਜੀ ਵਾਰੀ ਕਾਂਗਰਸ ਆਉਂਦੀ ਸੀਗੀ। ਪੂਰੇ 10 ਸਾਲਾਂ ਵਿੱਚ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਹੀ ਨਹੀਂ ਟਰਾਂਸਫਰ ਕਰਕੇ ਲਿਆ ਸਕੇ। ਜਿਵੇਂ ਦਾਸ ਨੇ ਕਿਹਾ, ਇਹ ਤੇ ਮਹਿਜ ਜਿਵੇਂ ਇੱਕ ਪ੍ਰੈਕਟੀਕਲ ਸਰਵੇ ਹੁੰਦਾ ਹੈ, ਤੇ ਫਿਰ ਜਿਹੋ ਜਿਹੀ ਹਾਲਤ ਬਣੀ ਆ, ਗੱਲ ਇਹ ਆ ਕਿ ਜੇ ਇੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤ ਜਾਂਦੇ ਆ ਤੇ ਉਹ ਇੱਕ ਤਰ੍ਹਾਂ ਨਾਲ ਇਹ ਬਣ ਜਾਣਾ ਕਿ ਹੁਣ ਉਹ ਕਿਉਂਕਿ ਪੰਜਾਬ ਪਾਰਟੀ ਕਹਿ ਚੁੱਕੇ ਆ ਤੇ ਬਹੁਤ ਨਮੋਸ਼ੀ ਪੂਰਵਕ ਹਾਰ ਹੋ ਚੁੱਕੀ ਆ, ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦਾ ਸੁਖਬੀਰ ਬਾਦਲ ਜਾਂ ਦੂਜਿਆਂ ਦਾ ਜਿਹੜਾ ਸਿਆਸੀ ਕੈਰੀਅਰ ਦਾ ਤੇ ਲੱਗਦਾ ਆ। ਉਸ ਨਮੋਸ਼ੀ ਨੂੰ ਛੁਪਾਉਣ ਲਈ ਇਹ ਬੰਦੀ ਸਿੰਘਾਂ ਦਾ ਜਿਵੇਂ ਢਾਲ ਵਜੋਂ ਵਰਤ ਰਹੇ ਆ, ਹਥਿਆਰ ਵਜੋਂ ਵਰਤ ਰਹੇ ਆ। ਸਮੁੱਚੇ ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਵੀ ਬੰਦੀ ਸਿੰਘ ਆ, ਤੇ ਜਥੇਦਾਰ ਜਗਤਾਰ ਸਿੰਘ ਤਾਰਾ ਵੀ ਬੰਦੀ ਸਿੰਘ ਆ, ਹੋਰ ਵੀ ਅਨੇਕਾਂ ਬੰਦੀ ਸਿੰਘ ਆ। ਉਹ ਸਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਸਪੋਰਟ ਲਈ ਕਹਿ ਰਹੇ ਆ। ਸਿਰਫ ਤੇ ਸਿਰਫ ਇੱਕ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀਆਂ ਦਾ ਵੀ ਅਸਲ ਵਿੱਚ ਇੱਕ ਬਹੁਤ ਹੈਰਾਨਗੀ ਦੀ ਗੱਲ ਆ ਕਿ ਅਤ ਸੁਰੱਖਿਅਤ ਜੇਲ੍ਹਾਂ ਆ ਜਿੱਥੇ ਉਹ ਬੈਠੇ ਆ, ਤੇ ਉਹ ਚਿੱਠੀਆਂ ਇਸ ਤਰ੍ਹਾਂ ਆ ਰਹੀਆਂ ਕਿ ਜਿਵੇਂ ਉਹ ਕਿਸੇ ਮਤਲਬ ਰੈਸਟ ਹਾਊਸ ਦੇ ਵਿੱਚ ਬੈਠੇ ਆ।
ਜੀ ਇਹ ਜੀ ਚਿੱਠੀਆਂ ਤੇ ਬਹੁਤ ਵਾਰੀ ਵਾਦ ਵਿਵਾਦ ਹੁੰਦਾ, ਜਿੰਨੇ ਸਿੰਘਾਂ ਦੀਆਂ ਇਹ ਚਿੱਠੀਆਂ ਆਉਂਦੀਆਂ, ਜੇ ਕਿਤੇ ਹੈਂਡ ਰਾਈਟਿੰਗ, ਚਲੋ ਮੰਨ ਲਓ ਹੈਂਡ ਰਾਈਟਿੰਗ ਕਿਸੇ ਹੋਰ ਦੀ ਹੋਊਗੀ, ਉਹਨਾਂ ਦੇ ਦਸਤਕ ਜਿਹੜੇ ਦਸਤਖਤ ਕੀਤੇ ਹੁੰਦੇ ਉਹੀ ਕਿਸੇ ਫੋਰੈਂਸਿਕ ਲੈਬੋਰਟਰੀ ਵਿੱਚ ਭੇਜ ਕੇ ਟੈਸਟ ਕਰਵਾਏ ਜਾਣ। ਕਿਉਂਕਿ ਪਹਿਲਾਂ ਵੀ ਸੀਗਾ, ਇਹਨਾਂ ਨੇ ਸੰਘਰਸ਼ ਦਾ ਸੱਚ ਇੱਕ ਵੈਬਸਾਈਟ ਬਣਾਈ ਸੀਗੀ, ਉਹ ਦੂਜੇ ਤੀਜੇ ਬੀਪੀਜੀ ਉਹ ਜੇਲ੍ਹ ਦੇ ਸਾਹਮਣੇ ਖੜ ਕੇ ਮੀਡੀਆ ਨੂੰ ਸੰਬੋਧਿਤ ਹੋਣ ਲੱਗ ਪੈਂਦੇ ਸੀਗੇ। ਉਹ ਏਦਾਂ ਲੱਗਦਾ ਸੀਗਾ ਕਿ ਸਮੁੱਚਾ ਪ੍ਰਸ਼ਾਸਨ ਜਿਵੇਂ ਉਹਨਾਂ ਨੂੰ ਖੁੱਲ੍ਹ ਦੇ ਰਿਹਾ ਕਿ ਤੁਸੀਂ ਕੋਈ ਵੀ ਚਿੱਠੀ ਲਿਆ ਸਕਦੇ ਤੇ ਕਿਤੇ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਆ। ਤੇ ਜਿੱਥੇ ਕਦੇ ਆਮ ਕੋਈ ਸਿੱਖ ਉਹ ਇੱਕ ਲਿਟਰੇਚਰ ਜਾਂ ਕਿਤਾਬਾਂ ਰੱਖਣ ਤੇ ਉਮਰ ਕੈਦ ਹੋ ਜਾਂਦੀ ਉੱਥੇ ਉਮਰ ਕੈਦ ਹੋ ਜਾਂਦੀ, ਬਿਲਕੁਲ ਮਤਲਬ ਉਸੇ ਪੰਜਾਬ ਵਿੱਚ ਹੋਇਆ ਨਾ। ਜੀ ਜੀ ਤੇ ਜੀ ਉਹ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਪਹਿਲੀਆਂ ਕੁਝ ਚਿੱਠੀਆਂ ਤੇ ਜਿਹੜੀ ਉਹ ਜੇਲ੍ਹ ਨੂੰ ਸੰਬੰਧਿਤ ਡਾਕਖਾਨਾ ਉਹ ਵੀ ਸਟੈਂਪ ਸੀ, ਬਾਅਦ ਵਿੱਚ ਤਾਂ ਸਟੈਂਪ ਵੀ ਨਹੀਂ ਕਿਤੇ ਦਿਸੀ। ਪ੍ਰਮਾਣਿਕਤਾ ਕੀ ਆ ਸਾਰੀਆਂ ਚਿੱਠੀਆਂ ਦੀ? ਘੱਟੋ ਘੱਟ ਉਹਨਾਂ ਦੇ ਦਸਤਖਤਾਂ ਨੂੰ ਫੋਰੈਂਸਿਕ ਲੈਬੋਰਟਰੀ ਵਿੱਚ ਭੇਜਿਆ ਜਾਵੇ। ਬਿਲਕੁਲ 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 ਜੀ ਬਿਲਕੁਲ। ਪਰ ਇੱਥੇ ਹੁਣ ਸਵਾਲ ਵੀ ਇਹ ਉੱਠਦਾ ਨਾ ਵੀ ਕਰਵਾਵੇ ਵੀ ਕੌਣ, ਜਿਨ੍ਹਾਂ ਦੇ ਕੋਲੋਂ ਇਹ ਜਾਂਚ ਹੋਣੀ ਹੈ, ਲੈਬੋਰਟਰੀਆਂ ਦੇ ਵਿੱਚੋਂ ਹੋਣੀ ਹੈ। ਸੋ ਉਹੋ ਹੀ ਜੇਕਰ ਚਿੱਠੀਆਂ ਇਹ ਲਿਆ ਰਹੇ ਹੋਣ ਤਾਂ ਫਿਰ ਜਾਂਚ ਕੌਣ ਕਰਵਾਊਗਾ? ਅਗਲੀ ਗੱਲ ਆਪਾਂ ਭਾਜੀ ਕਰਦੇ ਹਾਂ ਸਿੱਧੂ ਮੂਸੇਵਾਲਾ ਹੋਰਾਂ ਦੀ। ਉਹਨਾਂ ਦੀ ਮਦਰ ਤੋਂ ਜਿਹੜੀ ਹੈ ਉਹਨਾਂ ਵੱਲੋਂ ਇੱਕ ਬੜਾ ਬਿਆਨ ਜਿਹੜਾ ਵਧੀਆ ਸੀਗਾ ਉਹ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਮੇਰੇ ਪੁੱਤਰ ਨੂੰ ਜੇਕਰ ਜਿਉਂਦਾ ਰੱਖਣਾ ਹੈ ਤਾਂ ਦਰਖਤ ਲਾਏ ਜਾਣ, ਪੰਜਾਬ ਦਾ ਪਾਣੀ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ, ਉਹਦੇ ਬਾਰੇ ਸੋਚਿਆ ਜਾਵੇ। ਉਹਨਾਂ ਦੇ ਫਾਦਰ ਨੇ ਕਿਹਾ ਸੀ ਕਿ ਪੱਗਾਂ ਬੰਨ੍ਹ ਕੇ ਭੋਗ ਦੇ ਉੱਤੇ ਆਵੋ। ਸੋ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜਿਹੜੇ ਪੋਜ਼ਿਟਿਵਿਟੀ ਜਿਹੜੀ ਹੈ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ। ਕਿਵੇਂ ਦੇਖਦੇ ਹੋ ਸਿੱਧੂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਮਾਪਿਓ ਦੇ ਇਹੋ ਜਿਹੜੇ ਬਿਆਨ ਆ ਰਹੇ ਨੇ? ਸਰਦਾਰ ਦਲਜੀਤ ਸਿੰਘ ਜੀ ਇੱਕ ਫਿਲਮ ਆਈ ਸੀਗੀ ਮਿੱਟੀ ਵਾਜਾ ਮਾਰਦੀ, ਤੇ ਜਿਹੜੇ ਇੱਕ ਕਾਮੇਡੀਅਨ ਰਹੇ ਆ ਜਸਵਿੰਦਰ ਭੱਲਾ, ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਮਿੱਟੀ ਵਾਜਾ ਮਾਰਦੀ ਨਹੀਂ। ਉਸ ਤੋਂ ਬਾਅਦ ਉਹ ਗਦਾਰ ਫਿਲਮ ਆਈ ਸੀ ਹਰਭਜਨ ਮਾਨ ਦੀ, ਅਮਿਤੋਜ ਮਾਨ ਨੇ ਬਣਾਈ ਸੀ। ਉਹਦੇ ਵਿੱਚ ਇੱਕ ਖਾੜਕੂ ਸੰਘਰਸ਼ ਦੇ ਵਿੱਚ ਅਹਿਮ ਕਿਰਦਾਰ ਨਿਭਾ ਚੁੱਕੇ ਸਿੰਘ ਦੀ ਮੂੰਹੋਂ ਡਾਇਲੋਗ ਕਢਾਇਆ ਗਿਆ ਸੀ ਕਿ ਮਿੱਟੀ ਆਵਾਜ਼ ਤਾਂ ਹਰੇਕ ਨੂੰ ਮਾਰਦੀ ਆ ਪਰ ਸੁਣਦੀ ਕਿਸੇ ਕਿਸੇ ਨੂੰ ਆ। ਜੀ ਜਿਵੇਂ ਆਪਾਂ ਕਹਿੰਦੇ ਆ ਕਿ ਧਰਤੀ ਮਾਂ ਹੁੰਦੀ ਆ, ਸਾਡੀ ਜਿਹੜੀ ਪਹਿਲੀ ਬੋਲੀ ਹੁੰਦੀ ਉਹਨੂੰ ਮਾਂ ਬੋਲੀ ਕਿਹਾ ਜਾਂਦਾ। ਜੋ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਕਿਹਾ, ਮੈਨੂੰ ਤੇ ਇਹ ਲੱਗਾ ਕਿ ਪੰਜਾਬ ਦੀ ਧਰਤੀ ਮਾਂ ਪੰਜਾਬ ਦੇ ਪੁੱਤਰਾਂ ਨੂੰ ਆਵਾਜ਼ ਮਾਰ ਰਹੀ ਆ। ਉਹ ਪੰਜਾਬ ਦੇ ਸਮੁੱਚੇ ਧੀਆਂ ਪੁੱਤਰਾਂ ਨੂੰ ਕਹਿੰਦੀ ਆ ਕਿ ਆਓ ਤੁਸੀਂ ਮੇਰੇ ਧੀਆਂ ਪੁੱਤਰ ਬਣ ਜਾਓ। ਜਿਵੇਂ ਆਈਲੈਟਸ ਕਰਕੇ ਸਾਰੇ ਬਾਹਰ ਨੂੰ ਜਾਈ ਜਾ ਰਹੇ ਆ, ਜਾਂ ਅਸੀਂ ਪਹਿਲਾਂ ਰੁਜ਼ਗਾਰ ਦੀ ਤਲਾਸ਼ ਵਿੱਚ ਬਾਹਰ ਆਏ ਹੋਏ ਆ, ਕਿ ਇੱਕ ਤਰ੍ਹਾਂ ਨਾਲ ਉਹ ਪੰਜਾਬ ਦੀ ਧਰਤੀ ਮਾਂ ਆਪਣੇ ਧੀਆਂ ਪੁੱਤਰਾਂ ਨੂੰ ਆਵਾਜ਼ ਮਾਰ ਰਹੀ ਆ ਕਿ ਆਓ ਮੇਰੇ ਧੀਆਂ ਪੁੱਤਰ ਬਣ ਜਾਓ। ਜਿਵੇਂ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਨੇ ਆਪਣੇ ਸੌੜੇ ਸਵਾਰਥਾਂ ਦੇ ਖਾਤਰ ਦਰਖਤਾਂ ਨੂੰ ਵੱਢ ਕੇ ਉੱਥੇ ਮਤਲਬ ਫਸਲ ਨਹੀਂ ਹੁੰਦੀ, ਸ਼ੌਰ ਹੁੰਦੀ, ਉਹ ਮੀਂਹ ਨਹੀਂ ਪੈਂਦਾ, ਜ਼ਮੀਨ ਬੰਜਰ ਹੁੰਦੀ ਜਾ ਰਹੀ ਆ। ਉਹਦੀ ਮਾਤਾ ਦੇ ਬੋਲ ਐਂ ਲੱਗਦੇ ਕਿ ਜਿਵੇਂ ਪੰਜਾਬ ਦੀ ਧਰਤੀ ਮਾਂ ਕਹਿ ਰਹੀ ਹੁੰਦੀ ਆ ਕਿ ਇੱਥੇ ਰੁੱਖ ਲਾਓ, ਮੈਨੂੰ ਬਚਾਓ, ਬੰਜਰ ਹੋਣ ਤੋਂ ਬਚਾਓ। ਸਿੱਧੂ ਮੂਸੇਵਾਲ ਸਾਹਿਬ ਦੇ ਪਿਤਾ ਨੇ ਸੰਸਕਾਰ ਦੇ ਸਮੇਂ ਥਾਪੀ ਮਾਰ ਕੇ ਚੈਲੰਜ ਕੀਤਾ। ਉਹ ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਤੇ ਪੰਜਾਬੀਆਂ ਖਾਸ ਕਰ ਸਿੱਖ ਕੌਮ ਦੀ ਅਣਖ ਗੈਰਤ ਦਾ ਉਹ ਚਿੰਨ੍ਹ ਆ ਕਿ ਹਕੂਮਤਾਂ ਜਿੰਨੇ ਮਰਜ਼ੀ ਜ਼ਬਰ ਜ਼ੁਲਮ ਕਰ ਲੈਣ, ਜਿੰਨੇ ਮਰਜ਼ੀ ਕਹਿਰ ਵਰਤਾ ਲੈਣ, ਕਹਿਰ ਸਹਿੰਦੇ ਹੋਏ ਵੀ ਪੰਜਾਬ ਤੇ ਵਿਸ਼ੇਸ਼ ਤੌਰ ਸਿੱਖ ਕੌਮ ਚੈਲੰਜ ਕਰਨ ਦਾ ਦਮ ਰੱਖਦੀ ਆ। ਹੈਡ ਔਨ ਲੈਣ ਲਈ ਉਹ ਮਤਲਬ ਇੱਕ ਤਰ੍ਹਾਂ ਨਾਲ ਲਲਕਾਰ ਮਾਰਨ ਦਾ ਦਮ ਰੱਖਦੀ ਆ। ਜਿਵੇਂ ਉਹਨਾਂ ਨੇ ਪੱਗ ਲਾ ਕੇ ਸਾਹਮਣੇ ਕੀਤੀ, ਜਿਵੇਂ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਪਗੜੀ ਸੰਭਾਲ ਜੱਟਾ ਮੂਵਮੈਂਟ ਚਲਾਈ ਸੀ। ਉਹ ਵੀ ਇੱਕ ਤਰ੍ਹਾਂ ਨਾਲ ਪੰਜਾਬ ਦੀ ਨੌਜਵਾਨੀ ਨੂੰ ਵੰਗਾਰ ਆ ਕਿ ਆ ਅਣਖ ਤੁਹਾਡੀ ਦਾਅ ਤੇ ਲੱਗੀ ਆ, ਤੇ ਪੱਗਾਂ ਬੰਨ ਕੇ ਆਉਣ ਦਾ ਸੁਨੇਹਾ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਕਿ ਇਹ ਜਿਹੜੀ ਤੁਹਾਡੀ ਅਣਖ ਗੈਰਤ ਦਾਅ ਤੇ ਲੱਗੀ ਹੋਈ ਆ, ਇਸ ਪਗੜੀ ਨੂੰ ਸੰਭਾਲੋ, ਇਸ ਪਗੜੀ ਨੂੰ ਰੋਲਣ ਤੋਂ ਬਚਾਓ, ਇਸ ਪਗੜੀ ਨੂੰ ਆਪਣੇ ਸਿਰ ਤੇ ਬੰਨੋ ਔਰ ਆਪਣੀ ਅਣਖ, ਆਪਣੀ ਗੈਰਤ, ਆਪਣੇ ਵਿਰਸੇ ਨੂੰ ਪਹਿਚਾਣੋ। ਆਪਾਂ ਕਈ ਵਾਰੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਹੀ ਵਿਰਸਾ ਸਮਝ ਕੇ ਬੈਠ ਜਾਂਦੇ, ਜਿਵੇਂ ਕਿ ਪੁਰਾਣੇ ਕੱਚੇ ਘਰ ਹੋ ਗਏ ਜਾਂ ਹਰਟ ਨੂੰ। ਇਹ ਵਿਰਸਾ ਸਾਡੀ ਅਣਖ, ਸਾਡਾ ਗੈਰਤ, ਜਿਵੇਂ ਕਿਹਾ ਜਾਂਦਾ ਸੀਗਾ ਕਿ ਮਰਦ ਦੀ ਜ਼ੁਬਾਨ ਪੰਜਾਬ ਦੇ ਵਾਸੀਆਂ ਦੀ, ਉਹ ਸਾਡਾ ਵਿਰਸਾ ਆ। ਸਾਹਿਬਜ਼ਾਦੇ ਕਿਵੇਂ ਨੀਹਾਂ 'ਚ ਚੁਣੇ ਗਏ ਪਰ ਇੰਨੇ ਜ਼ਬਰ ਜ਼ੁਲਮ ਦੇ ਵਿੱਚ ਇੰਨੀਆਂ ਉਹਨਾਂ ਦੇ ਵੱਲੋਂ ਮਿਹਨਤ ਹੈ ਕਿ ਤੁਹਾਨੂੰ ਹੂਰਾਂ ਦੇ ਡੋਲੇ ਦੇ ਉੱਤੇ ਜਾਓਗੇ, ਰਾਜ ਭਾਗ ਦੇ ਉੱਤੇ ਜਾਓਗੇ, ਉਹ ਡੋਲੇ ਨਹੀਂ। ਤੇ ਜੇ ਅਸੀਂ ਕਹੀ ਜਾਈਏ ਕਿ ਉਹ ਮਤਲਬ ਮਹੀਵਾਲ ਨੇ ਪੱਟ ਦਾ ਕਬਾਬ ਖਵਾਇਆ, ਇਹ ਸਾਡਾ ਵਿਰਸਾ ਨਹੀਂ, ਸਾਡੀ ਅਣਖ, ਸਾਡਾ ਗੈਰਤ, ਸਾਡਾ ਵਿਰਸਾ ਆ। ਉਹਨੂੰ ਪਹਿਚਾਨਣ ਦਾ ਸਿੱਧੂ ਮੂਸੇਵਾਲ ਸਾਹਿਬ ਦੇ ਮਾਤਾ ਪਿਤਾ ਨੇ ਇਹ ਸੁਨੇਹਾ ਦਿੱਤਾ। ਪਰ ਅਫਸੋਸ ਇਸ ਗੱਲ ਦਾ ਹੈ ਕਿ
ਜਿਵੇਂ ਅਸੀਂ ਕਰਮਕਾਂਡਾਂ ਵਿੱਚ ਉਲਝੇ ਹੋਏ ਆ, ਮੁੜ ਕੇ ਉਹੀ ਇਹ ਮੀਡੀਆ ਵੀ ਬਹੁਤ ਨੈਗੇਟਿਵ ਰੋਲ ਨਿਭਾ ਰਿਹਾ ਤੇ ਉਹ ਸਿੱਧੂ ਮੂਸੇਵਾਲਾ ਸਾਹਿਬ ਦੀ ਸਮਾਧ ਕਹਿ ਰਹੇ ਜੋ ਕਿ ਸਿੱਖ ਧਰਮ ਤੇ ਅਜੋਕੇ ਦੌਰ ਦੇ ਵਿੱਚ ਵੈਸੇ ਹੀ ਜਾਗਰੂਕਤਾ ਦੇ ਤੌਰ ਤੇ ਆਪਾਂ ਜੇ ਦੇਖਿਆ ਜਾਵੇ ਕਿ ਕਿਸੇ ਦੇ ਵੀ ਵਿਚਾਰਾਂ ਨੂੰ ਅਪਣਾਉਣਾ ਮਤਲਬ ਉਹਨੂੰ ਸ਼ਰਧਾਂਜਲੀ ਹੁੰਦੀ ਆ। ਤੇ ਉਹ ਸਮਾਧ ਲਫ਼ਜ਼ ਨੂੰ ਉਹ ਸਮਾਧ ਤੇ ਮੱਥੇ ਟੇਕਣ ਦੀ ਸਾਡੀ ਇਹ ਜਿਹੜੀ ਇਸੇ ਹਕੂਮਤਾਂ ਵੀ ਤਾਂ ਇਹੀ ਚਾਹੁੰਦੀਆਂ ਨਾ ਕਿ ਤੁਸੀਂ ਬਸ ਇਹੋ ਜਿਹੇ ਕਰਮਕਾਂਡਾਂ ਵਿੱਚ ਉਲਝੇ ਰਹੋ, ਆਪਣੀ ਅਣਖ ਆਪਣੀ ਗੈਰਤ ਨੂੰ ਨਾ ਪਹਿਚਾਣੋ। ਬੇਨਤੀ ਆ ਨਿਮਰਤਾ ਸਹਿਤ ਕਿ ਮੂਸੇਵਾਲ ਸਾਹਿਬ ਦੇ ਮਾਤਾ ਪਿਤਾ ਦਾ ਜੋ ਉਹਨਾਂ ਨੇ ਸੁਨੇਹਾ ਦਿੱਤਾ, ਇੱਕ ਤਰ੍ਹਾਂ ਨਾਲ ਉਹ ਪੰਜਾਬ ਦੀ ਧਰਤੀ ਪੰਜਾਬ ਦੀ ਅਣਖ ਨੇ ਲਲਕਾਰਿਆ। ਜੇ ਤੁਸੀਂ ਸਹੀ ਤੌਰ ਤੇ ਉਹ ਨੌਜਵਾਨਾਂ ਨੂੰ ਬੇਨਤੀ ਆ ਕਿ ਸਿੱਧੂ ਮੂਸੇਵਾਲ ਸਾਹਿਬ ਨੂੰ ਤੁਸੀਂ ਫੋਲੋ ਕਰਨਾ ਚਾਹੁੰਦੇ ਆ, ਉਹਨਾਂ ਦੇ ਫੈਨ ਰਹੇ ਤੇ ਉਸ ਸੁਨੇਹੇ ਨੂੰ ਪਹਿਚਾਣੋ ਜੋ ਉਹਨਾਂ ਦੇ ਮਾਤਾ ਪਿਤਾ ਨੇ ਅਸਲ ਵਿੱਚ ਦਿੱਤਾ ਹੈ। ਬਿਲਕੁਲ ਬਿਲਕੁਲ, ਭਾਵਨਾਵਾਂ ਹੁੰਦੀਆਂ ਨੇ ਇਮੋਸ਼ਨਲੀ ਵੀ, ਜਦੋਂ ਇਹੋ ਜਿਹਾ ਕੋਈ ਮੰਜ਼ਰ ਬਣ ਜਾਵੇ ਸਾਹਮਣੇ ਤਾਂ ਬਹੁਤ ਕੁਝ ਜਿਹੜਾ ਐਸਾ ਹੋ ਜਾਂਦਾ ਹੈ। ਸੋ ਸਮਾਧਾਂ ਜਿਹੜੀਆਂ ਨੇ ਠੀਕ ਹੈ, ਪਰ ਪਿਆਰ ਹੈ ਲੋਕਾਂ ਦਾ, ਪਰ ਸਮਾਧਾਂ ਜਿਹੜੀਆਂ ਉਹ ਸਾਡੇ ਪੰਜਾਬ ਦੇ ਨਾਲ ਜਾਂ ਫਿਰ ਸਾਡੇ ਧਰਮ ਦੇ ਨਾਲ ਜਿਹੜਾ ਕੋਈ ਵੀ ਉਹਨਾਂ ਦਾ ਲੈਣ ਦੇਣ ਨਹੀਂ ਹੈਗਾ। ਸੋ ਯਾਦਾਂ ਨੂੰ ਤਾਜ਼ਾ ਰੱਖਣਾ, ਜੋ ਉਹਨਾਂ ਦੀ ਮਾਤਾ ਨੇ ਕਿਹਾ ਕਿ ਅੱਜ ਪ੍ਰਦੂਸ਼ਣ ਬਹੁਤ ਫੈਲ ਚੁੱਕਿਆ ਤੇ ਆਪਾਂ ਬੂਟੇ ਲਾਉਣੇ ਆ, ਪੱਗਾਂ ਬੰਨਣੀਆਂ ਉਹਨਾਂ ਦੇ ਫਾਦਰ ਨੇ ਕਿਹਾ, ਤੇ ਪਾਣੀ ਬਚਾਉਣੇ ਨੇ। ਮਤਲਬ ਇੱਕ ਤਰ੍ਹਾਂ ਦਾ ਕਹਿ ਲਈਏ ਪੰਜਾਬ ਨੂੰ ਆਵਾਜ਼ ਮਾਰੀ ਹੈ, ਪੰਜਾਬ ਦੇ ਨੌਜਵਾਨਾਂ ਨੂੰ ਆਵਾਜ਼ ਮਾਰੀ ਹੈ ਕਿ ਆਓ ਪੰਜਾਬ ਆਪਾਂ ਦੁਬਾਰਾ ਸਾਂਭੀਏ। ਅਣਖੀ ਮਾਂ-ਬਾਪ ਨੇ ਇਹੀ ਸੁਨੇਹਾ ਜਿਹੜਾ ਹੈ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਵੀ ਇਹ ਸਾਰੀ ਗੱਲਬਾਤ ਝਲਕਦੀ ਹੈ। ਭਾਜੀ ਬਹੁਤ ਧੰਨਵਾਦ ਮੈਂ ਕਰਦਾ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਲਈ ਕੱਢਿਆ। ਬੜੇ ਖੂਬਸੂਰਤ ਵਿਚਾਰ ਅੱਜ ਜਿਹੜੇ ਨੇ 3 ਮੁੱਦੇ ਅਸੀਂ ਛੋਏ ਆ, ਤਿੰਨਾਂ ਦੇ ਉੱਤੇ ਤੁਸੀਂ ਰੱਖੇ ਨੇ। ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ। ਆਪ ਜੀ ਦੀ ਮਿਹਰਬਾਨੀ, ਸਮਾਂ ਦੇਣ ਲਈ ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ। ਸੋ ਦਰਸ਼ਕੋ, ਆਸ ਕਰਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਹਫਤੇ ਫਿਰ ਤੋਂ ਜੁੜਾਂਗੇ ਹਫਤਾਵਾਰੀ ਪ੍ਰੋਗਰਾਮ ਸਰਗਰਮੀਆਂ ਦੇ ਵਿੱਚ। ਤਦ ਤੱਕ ਦੀ ਦਿਓ ਇਜਾਜ਼ਤ, ਤੇ ਵੱਧ ਤੋਂ ਵੱਧ ਇੱਕ ਬੇਨਤੀ ਹੈ ਜੀ, ਸ਼ੇਅਰ ਜ਼ਰੂਰ ਕਰ ਦਿਓ ਪ੍ਰੋਗਰਾਮ ਨੂੰ, ਤੇ YouTube ਤੇ ਜਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ, Facebook ਤੇ ਸਾਨੂੰ ਲਾਈਕ ਜ਼ਰੂਰ ਕਰ ਦਿਓ। ਬਹੁਤ ਧੰਨਵਾਦ, ਚੜ੍ਹਦੀ ਕਲਾ 'ਚ ਰਹੋ।